ਹੋਰ ਬਹੁਤ ਸਾਰੇ ਸਵਾਲ ਇਦਾਂ ਦੇ ਉੱਠਦੇ ਆ, ਜੇ ਬਾਕੀ ਮਾਮਲਿਆਂ ਤੇ ਫੈਸਲੇ ਲਏ ਜਾ ਸਕਦੇ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ। ਹੁਣ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਜੀ ਇੱਥੇ ਆਏ ਨੇ ਔਰ ਉਹਨਾਂ ਨੇ ਜਿਸ ਤਰੀਕੇ ਦਾ ਬਿਆਨ ਦਿੱਤਾ ਹੈ, ਉਹ ਇੰਜ ਲੱਗਦਾ ਹੈ ਕਿ ਉਹ ਇਸ ਦੇਸ਼ ਦੇ ਕਾਨੂੰਨ ਦੀ ਨਹੀਂ ਉਹਨਾਂ ਨੂੰ ਸਮਝ, ਜਾਂ ਏਡੇ ਵੱਡੇ ਨੇਤਾ ਹੋਣ ਦੇ ਬਾਵਜੂਦ ਉਹ ਕਿਹੜੀ ਸਿਆਸੀ ਮਜਬੂਰੀ ਕਰਕੇ ਇਹੋ ਜਿਹੀ ਬਿਆਨਬਾਜ਼ੀ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੋਗਲਾ ਨੀਤੀ ਦੇ ਉੱਤੇ ਗੱਲ ਨਾ ਕਰੇ। ਪਹਿਲੀ ਗੱਲ, ਭਾਰਤੀ ਜਨਤਾ ਪਾਰਟੀ ਕੋਈ ਵੀ ਜਿਹੜੇ ਬੰਦੀ ਹੈਗੇ ਆ ਉਹਨਾਂ ਨੂੰ ਰਿਹਾ ਕਰਨ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ। ਸਾਡੀ ਭੱਜਣ ਵਾਲੀ ਨੀਤੀ ਨਹੀਂ ਹੈ, ਜਿੱਦਾਂ ਆਮ ਆਦਮੀ ਪਾਰਟੀ ਅੱਜ ਨਹੀਂ ਆ ਕੇ ਬੈਠੀ ਨਾ, ਕਿਉਂਕਿ ਇਹਨਾਂ ਦੇ ਵੀ ਬੰਦੇ ਉੱਥੇ ਮਿਲਣ ਗਏ ਸੀਗੇ, ਵੱਡੇ ਅਹੁਦੇਦਾਰ ਮਿਲਣ ਗਏ ਸੀ, ਉਹਨਾਂ ਨੇ ਮਿਲੇ ਵੀ ਨਹੀਂ ਸੀਗੇ ਇਸ ਮੁੱਦੇ ਤੇ ਕੇਜਰੀਵਾਲ ਸਾਹਿਬ। ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਜੇਲ੍ਹ ਦੇ ਅੰਦਰ ਇਸ ਕਰਕੇ ਡੱਕਿਆ ਸੀ, ਅਸੀਂ ਪ੍ਰੋਟੈਸਟ ਉਹਨਾਂ ਦੇ ਹੱਕ 'ਚ ਕੀਤਾ ਸੀਗਾ, ਕੋਈ ਅਸੀਂ ਨਿਊਸੈਂਸ ਨਹੀਂ ਕ੍ਰੀਏਟ ਕੀਤੀ ਸੀ। ਪਹਿਲੀ ਗੱਲ, ਦੋਗਲੀ ਰਾਜਨੀਤੀ ਉਦੋਂ ਕਿਉਂ ਸੁੱਤੇ ਸੀ? ਇੱਕੋ ਮੁੱਦਾ ਸੀ, ਅਕਾਲੀ ਦਲ ਦੀ ਸਰਕਾਰ ਸੀ ਤੇ ਅਕਾਲੀ ਦਲ ਨੂੰ ਸਿਰਫ ਇਹੀ ਸੀ ਕਿ ਕਿਉਂ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰੋਟੈਸਟ ਕਰ ਰਹੇ, ਇਸ ਕਰਕੇ ਕਹਿੰਦੇ ਜੇਲ੍ਹ 'ਚ ਭੇਜਿਆ ਗਿਆ ਸੀ। ਇਹਨੂੰ ਕਹਿ ਰਿਹਾ ਕਿ ਦੋਗਲੀ ਨੀਤੀ ਜਿਹਦੇ ਕਰਕੇ ਹੋ ਰਿਹਾ ਹੈ, ਉਹ ਕਹਿੰਦੇ ਕੇਂਦਰ ਦੀ ਸਰਕਾਰ ਦਾ ਕੋਈ ਅਸਰ ਰਵੱਈਆ ਨਹੀਂ, ਉਹ ਤਿਆਰ ਹੈ। ਦੇਖੋ, ਮੈਂ ਜੋ ਮਹਿਸੂਸ ਕਰਦਾ ਕਿ ਜੇ ਅਕਾਲੀ ਦਲ ਦੀ ਉਦੋਂ ਦੋਗਲੀ ਨੀਤੀ ਰਹੀ ਹੈ ਤੇ ਉਹ ਭਾਜਪਾ ਕਰਕੇ ਹੀ ਰਹੀ ਹੈ, ਕਿਉਂਕਿ ਬਹੁਤ ਸਾਰੇ ਮਸਲੇ ਜਿਹੜੇ ਆ, ਜਦੋਂ ਅਕਾਲੀ ਦਲ ਤੇ ਭਾਜਪਾ ਦਾ ਆਪਸ ਵਿੱਚ ਗੱਠਜੋੜ ਸੀ ਤਾਂ ਉਸ ਗੱਠਜੋੜ ਦੇ ਵਿੱਚ ਕਈ ਮਸਲੇ ਇਹੋ ਜਿਹੇ ਸੀ ਜਿਹੜੇ, ਮੈਂ ਇਹ ਗੱਲ ਅੱਜ ਕੱਲ੍ਹ ਭਾਜਪਾ ਦੇ ਉੱਤੇ ਦੋਸ਼ ਨਹੀਂ ਮੈਂ ਲਾਉਂਦਾ, ਉਦੋਂ ਅਕਾਲੀ ਦਲ ਦਾ ਰਵੱਈਆ ਹੋਰ ਸੀ ਤੇ ਅੱਜ ਹੋਰ ਹੈ। ਇਸ ਮੁੱਦੇ ਤੇ ਆ ਕੇ ਸਵਾਲ ਜਿਹੜਾ ਹੈਗਾ ਪੀਰ ਮੁਹੰਮਦ ਜੀ ਉੱਠਦਾ ਹੈ। 2001 ਦੇ ਵਿੱਚ ਜਦੋਂ ਦੇਸ਼ ਦਾ ਗ੍ਰਹਿ ਮੰਤਰੀ LK ਅਡਵਾਨੀ ਸੀ ਤਾਂ ਉਸਨੇ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਸੀ ਕਿ ਅਸੀਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਤੇ ਵਿਚਾਰ ਕਰ ਰਹੇ ਹਾਂ। ਬਾਪੂ ਸੂਰਤ ਸਿੰਘ ਨੂੰ ਗ੍ਰਿਫਤਾਰ ਕਰਕੇ ਲੁਧਿਆਣੇ DMC ਦਾਖਲ ਨਹੀਂ ਸੀ ਕਰਾਇਆ ਜਾਣਾ, ਇਹ ਸੱਚਾਈ ਆ। ਅੱਜ ਬਾਪੂ ਸੂਰਤ ਸਿੰਘਾਂ ਦੀਆਂ ਰਿਹਾਈਆਂ ਕਰਦਾ ਕਰਦਾ ਉਹ ਆਪ ਇੱਕ ਕਰੁੰਗ ਬਣ ਗਿਆ ਵਾ, ਉਹ ਇੱਕ ਜਿਉਂਦੀ ਲਾਸ਼ ਆ, ਇਹ ਸਾਰਿਆਂ ਨੂੰ ਪਤਾ। ਜਦੋਂ ਸੁਖਬੀਰ ਸਿੰਘ ਬਾਦਲ ਨੇ ਸਹੁੰ ਚੁੱਕੀ ਨਾ ਵਜ਼ੀਰੀ ਦੀ, ਜੇ ਸਰਦਾਰ ਬਾਦਲ ਉਸ ਵੇਲੇ ਕੰਡੀਸ਼ਨ ਰੱਖ ਜਾਂਦਾ ਭਾਜਪਾ ਸਰਕਾਰ ਦੇ ਅੱਗੇ, NDA ਸਰਕਾਰ ਦੇ ਅੱਗੇ, ਕਿ ਪਹਿਲਾਂ ਬੰਦੀ ਸਿੰਘ ਰਿਹਾ ਕਰਾਓ, ਬਾਅਦ ਚ ਅਸੀਂ ਤੁਹਾਡੇ ਨਾਲ ਜਿਹੜਾ ਵਾ ਗੱਠਜੋੜ ਕਰਾਂਗੇ, ਅਨਕੰਡੀਸ਼ਨਲੀ ਜਿਹੜੀ ਸਪੋਰਟ ਦਿੱਤੀ। ਜੀ ਪੰਜਾਬ ਭਵਨ ਦਿੱਲੀ ਦੇ ਵਿੱਚ ਕਿਹਾ ਕਿ ਆਪਾਂ ਸ਼ਰਤਾਂ ਨਾਲ ਸਪੋਰਟ ਦੇਣੀ ਆ, ਕਿ ਬਾਦਲ ਸਾਹਿਬ ਉੱਥੋਂ ਉੱਠ ਕੇ ਮੁੜ ਕੇ ਜਿਹੜਾ ਵਾ ਚੋਰੀ 2-3 ਮੈਂਬਰ ਲੈ ਕੇ ਆਪਣੇ ਪਰਿਵਾਰ ਤੇ ਅਨਕੰਡੀਸ਼ਨਲੀ ਸਪੋਰਟ ਜਿਹੜੀ ਆ ਵਾਜਪਾਈ ਸਾਹਿਬ ਨੂੰ ਦੇ ਆਏ। ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ, ਇਦਾਂ ਦੀ ਮਾਨਸਿਕਤਾ ਜਿਹੜੀ ਹੈਗੀ ਹੈ, ਕਿਤੇ ਲੱਗਦਾ ਹੈ ਕਿ ਸਰਕਾਰਾਂ ਦੀ ਅਸੰਵੇਦਨਸ਼ੀਲਤਾ ਨਜ਼ਰ ਆਉਂਦੀ ਹੈ। ਜ਼ਖਮ ਕਿੰਨੇ ਦਿੱਤੇ? ਕਾਂਗਰਸ ਨੇ ਜ਼ਖਮ ਦਿੱਤੇ, ਠੀਕ ਹੈ, ਸਾਡੀਆਂ ਆਪਣੀਆਂ ਕਮਜ਼ੋਰੀਆਂ ਸੀਗੀਆਂ ਪੰਥ ਦੀਆਂ, ਪੰਥ ਦੇ ਲੋਕ ਵੀ ਕਈ ਵਿੱਚ ਰਲੇ ਹੋਏ ਸੀਗੇ, ਪਰ ਹਮੇਸ਼ਾ ਜ਼ਖਮ ਕਾਂਗਰਸ ਨੇ ਦਿੱਤੇ ਹੈ। ਹੁਣ ਇਹਨਾਂ ਨੇ ਭਾਜਪਾ ਤੇ ਇਲਜ਼ਾਮ ਲਾਤੇ ਵੀ ਸਿੱਖਾਂ ਵਾਸਤੇ ਸਰਹੱਦ ਨਹੀਂ ਹੈਗੇ। ਮੈਂ ਤਾਂ ਹੈਰਾਨ ਹੁੰਨਾ, ਜਿਹੜੇ ਭਾਜਪਾ ਨੇ ਜਿਹੜੇ ਕੰਮ ਕੀਤੇ, ਆਪਣੇ ਮੂੰਹ ਤੋਂ ਕਦੀ ਤਾਰੀਫ ਕਿਉਂ ਨਹੀਂ ਨਿਕਲਦੀ? ਮੈਨੂੰ ਇੱਕ ਗੱਲ ਦੱਸ ਦੇਣ, ਜਦੋਂ IAS ਸੀਗੇ, ਕੀ ਇਦਾਂ ਦੇ ਆਪਾਂ ਬਿਆਨਬਾਜ਼ੀ ਲੋਕਾਂ ਨੂੰ, ਆਪਾਂ ਵੀ ਜੁਡੀਸ਼ਲੀ ਲੈਂਦੇ ਆ, ਆਪਾਂ ਵੀ ਕੇਸ ਕਰਦੇ ਆ ਕਿ 1 ਘੰਟੇ 'ਚ ਕਿਸੇ ਨੂੰ ਛੱਡਿਆ ਜਾਂਦਾ? ਇਨਕੁਆਇਰੀ ਦੇ ਨਾਮ ਤੇ ਕਈ ਵਾਰੀ 5-5 ਸਾਲ ਲੰਘ ਜਾਂਦੇ। ਇਹਨਾਂ ਨੂੰ ਵੀ ਪਤਾ ਛੋਟੇ 7-7 52 ਦੇ ਕੇਸ, ਮੇਰੇ ਤੇ ਵੀ ਕਈ ਇਹੋ ਜਿਹੇ ਕੇਸ ਹੈਗੇ ਜਿਹੜੇ ਹਾਲ ਤੱਕ ਚੱਲ ਰਹੇ ਆ। ਤੁਸੀਂ ਦੇਖੋ, ਇੱਕ ਪਾਸੇ ਤਾਂ ਬੰਦੀ ਸਿੰਘਾਂ ਦੀ ਅਸੀਂ ਰਿਹਾਈ ਦੀ ਗੱਲ ਕਰ ਰਹੇ ਹਾਂ, ਉਹ ਬੰਦੀ ਸਿੰਘ ਬਣੇ ਕਿਉਂ? ਉਹ ਬਣੇ ਹੀ ਇਸੇ ਕਰਕੇ ਸਨ, ਉਹਨਾਂ ਨੂੰ ਜੇਲ੍ਹਾਂ ਵਿੱਚ ਜਾਣਾ ਹੀ ਇਸੇ ਕਰਕੇ ਪਿਆ, ਕਿਉਂਕਿ ਸਾਡੀਆਂ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਇੱਕ ਸੰਘਰਸ਼ ਲੜਿਆ ਗਿਆ ਔਰ ਉਸ ਸੰਘਰਸ਼ ਦੇ ਵਿੱਚ ਲੀਡਰਸ਼ਿਪ ਦੀ ਕਮਜ਼ੋਰੀ ਰਹੀ ਹੈ। ਖੁੱਲੇ ਮਨ ਨਾਲ ਇਸ ਗੱਲ ਨੂੰ ਸਵੀਕਾਰ ਕਰਨਾ ਚਾਹੀਦਾ। ਕੱਲੀ ਅਕਾਲੀ ਲੀਡਰਸ਼ਿਪ ਦੀ ਨਹੀਂ ਗੱਲ, ਪੰਜਾਬ ਦੀ ਜਿਹੜੀ ਬਾਡੀ ਅੱਜ ਵੀ ਭਾਜਪਾ ਦੀ ਹੈ। ਬੰਦੀ ਸਿੰਘ ਛੁਡਾ ਲਏ, ਹਰ ਚੀਜ਼ ਛੁਡਾਏ, ਜਿਹੜੇ ਛੁੱਟ ਗਏ, ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪੁੱਛਿਆ? ਕਦੀ 84 ਦੇ ਜਿਹੜੇ ਪੀੜਤ ਹੈ, ਕਦੀ ਉਹਨਾਂ ਦੇ ਘਰ 'ਚ ਜਾ ਕੇ ਪੁੱਛਿਆ ਵੀ 3 ਟਾਈਮ ਦਾ ਕਈ ਰੋਟੀ ਮਿਲਦੀ ਹੈ? ਇਹਦੀ ਜ਼ਿੰਮੇਵਾਰੀ ਤਾਂ ਪ੍ਰਸ਼ਾਸਨਿਕ ਕਮੇਟੀ ਦੀ ਬਣਦੀ ਹੈ, ਉਹਦੇ ਬਾਰੇ ਆਪਾਂ ਕਦੀ ਵਿਚਾਰ ਨਹੀਂ ਕੀਤਾ। ਜਿਹੜੀ ਗੱਲ ਰਹਿ ਗਈ ਇਹਨਾਂ ਦਾ ਜਵਾਬ ਜਦੋਂ ਡਿਬੇਟ ਹੋਗੀ ਨਾ ਪਾਣੀਆਂ ਦੀ, ਮੈਂ ਦੱਸੂਗਾ ਕਿੱਥੇ ਆਪਣੀਆਂ ਗਲਤੀਆਂ ਆਪਣੀਆਂ ਹੋਈਆਂ, ਕਿੱਥੇ ਆਪਣੀ ਪਾਰਟੀ ਤੋਂ। ਜੀ, ਵਕਤ ਜਿਹੜਾ ਨਾ, ਵਕਤ ਐਡਾ ਵੱਡਾ ਬਲਵਾਨ ਹੈ ਕਿ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਤੇ ਫਿਰ ਬਹੁਤ ਕੁਝ ਸਿੱਖਣ ਨੂੰ ਲਈ ਮਿਲਦਾ। ਅੱਜ ਜਿਸ ਤਰੀਕੇ ਦੇ ਨਾਲ ਜੋ ਮਾਹੌਲ ਪੰਜਾਬ ਦੇ ਵਿੱਚ ਬਣਿਆ, ਤੁਸੀਂ ਦੇਖੋ ਕਿ ਉਹਨਾਂ ਲੋਕਾਂ ਨੂੰ ਮੌਕਾ ਦਿੱਤਾ ਗਿਆ ਜਿਹੜੇ ਅੱਜ ਇੱਥੇ ਇਸ ਪਲੇਟਫਾਰਮ ਦੇ ਆਣ ਕੇ ਗੱਲ ਵੀ ਨਹੀਂ ਕਰਨਾ ਚਾਹੁੰਦੇ। ਉਹਦੇ ਸਵਾਲ ਇਸ ਕਰਕੇ ਵੀ ਉੱਠਦੇ ਆ ਕਿਉਂਕਿ ਜਿਹੜੇ ਜ਼ਖਮ ਹੈ ਉਹ ਦੌਰ ਨਾਲ ਜੁੜੇ ਹੋਏ, ਤਾਂ ਇਹ ਸਵਾਲ ਪੁੱਛੇ ਜਾਂਦੇ ਆ। ਜੇ ਤੇ ਆਪਾਂ ਸਿੰਘਾਂ ਦੀਆਂ ਰਿਹਾਈਆਂ ਕਰਵਾਉਣੀਆਂ ਨੇ ਤੇ ਰਿਹਾਈਆਂ ਹੋ ਸਕਦੀਆਂ, ਸਾਂਝਾ ਸੰਘਰਸ਼ ਲੜਿਆ ਜਾ ਸਕਦਾ ਵਾ, ਪਰ ਜੇ ਇਹਦੇ ਚੋਂ ਖਤਮ ਹੋਏ ਸਿਆਸੀ ਤੌਰ ਤੇ ਬਾਦਲ ਪਰਿਵਾਰ ਨੂੰ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਵਿੱਚੋਂ
ਸਿਆਸੀ ਜੀਵਨ ਦੇਣਾ ਵਾ, ਤੇ ਫਿਰ ਇਹ ਬੇਈਮਾਨੀ ਜਿਹੜੀ ਆ ਸਪਸ਼ਟ ਨਜ਼ਰ ਆਉਂਦੀ ਆ, ਇਹ ਹੋਣਾ ਨਹੀਂ ਆ। ਸ਼੍ਰੋਮਣੀ ਕਮੇਟੀ ਤਾਂ ਕੋਈ ਮੈਂਬਰਾਂ ਤੋਂ ਪਾਸੇ ਨਹੀਂ। ਜੇ ਉਹਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਨੁਕਸ ਨਹੀਂ ਤਾਂ ਮੈਂਬਰਾਂ ਦੇ ਵਿੱਚ ਨੁਕਸ ਹੋਏਗਾ। ਮੈਂਬਰ ਕਿਉਂ ਨਹੀਂ ਆਪਣੇ ਆਪ ਨੂੰ ਸੁਧਾਰਦੇ? ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨ ਹਾਊਸ ਅੰਮ੍ਰਿਤਸਰ ਹੋਇਆ। ਉਸ ਮੁੱਦੇ ਤੇ ਜਿਹੜਾ ਇੱਕ ਵੱਡਾ ਫੈਸਲਾ ਜੋ ਪਿਛਲੇ ਦਿਨਾਂ 'ਚ ਲਗਾਤਾਰ ਪੰਥਕ ਹਲਕਿਆਂ 'ਚ ਵਿਚਾਰਿਆ ਜਾ ਰਿਹਾ, ਸਵਾਲ ਉੱਠ ਰਿਹਾ ਹੈ, ਉਹ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ। ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੀ ਜਦੋਂ ਗੱਲ ਕਰਦੇ ਹਾਂ, ਪੰਥਕ ਧਿਰਾਂ ਦੀ ਇੱਕ ਆਪਣੀ ਰਾਏ ਹੈ। ਦੂਜੇ ਪਾਸੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਸਰਕਾਰਾਂ ਦੀ ਇਸ ਮੁੱਦੇ ਤੇ ਚੁੱਪੀ ਕਿਉਂ ਹੈ। ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ 'ਚ ਕੇਂਦਰੀ ਮੰਤਰੀ ਸ਼ੇਖਾਵਤ ਇੱਥੇ ਆਏ। ਉਹ ਕਹਿੰਦੇ ਪਤਾ ਹੀ ਨਹੀਂ ਸਾਨੂੰ ਕਿ ਕਿੰਨੇ ਬੰਦੀ ਸਿੰਘ ਜਿਹੜੇ ਇਸ ਵੇਲੇ ਜੇਲ੍ਹ 'ਚ ਹੈ, ਨਹੀਂ ਜੇਲ੍ਹ 'ਚ ਹੈ, ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਰਾਬਤਾ ਨਹੀਂ ਹੈ, ਕੋਈ ਜਾਣਕਾਰੀ ਨਹੀਂ ਹੈ। ਜਦੋਂ ਆਪਾਂ ਇਸ ਮੁੱਦੇ ਤੇ ਬਹਿਸ ਕਰ ਰਹੇ ਹਾਂ ਤਾਂ ਪੰਜਾਬ ਸਰਕਾਰ, ਭਗਵੰਤ ਮਾਨ ਸਰਕਾਰ, ਹਾਕਮ ਧਿਰ ਆਮ ਆਦਮੀ ਪਾਰਟੀ, ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਬਹਿਸ 'ਚ ਆਉਣ ਦੇ ਲਈ, ਹਿੱਸਾ ਲੈਣ ਲਈ ਮੈਂ ਰਿਕੁਐਸਟ ਕੀਤੀ, ਹਮੇਸ਼ਾ ਆਉਂਦੇ ਹੈ, ਪਰ ਇਸ ਮੁੱਦੇ 'ਤੇ ਉਹਨਾਂ ਨੇ ਆਉਣ ਤੋਂ ਨਾ ਕਰ ਦਿੱਤੀ। ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਵੀ ਗੱਲ ਜ਼ਰੂਰ ਧਿਆਨ 'ਚ ਲਿਆਉਣਾ ਚਾਹੁੰਦਾ, ਧਿਆਨ ਗੋਚਰ ਕਰਨੀ ਚਾਹੁੰਦਾ। ਇਸ ਮੁੱਦੇ 'ਤੇ ਐਸਜੀਪੀਸੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ, ਧਰਨੇ ਦੇਣ ਦੀ ਗੱਲ ਕੀਤੀ ਗਈ ਹੈ, ਗਵਰਨਰ ਨੂੰ ਯਾਦ ਪੱਤਰ ਦੇਣ ਦੀ ਗੱਲ ਕੀਤੀ ਗਈ ਹੈ। ਨਾਲ ਇੱਕ ਸਵਾਲ ਇਹ ਵੀ ਜੁੜਦਾ ਰਹਿੰਦਾ ਹਮੇਸ਼ਾ ਹੀ ਕਿ ਸੰਜੀਦਗੀ ਨਾਲ ਪੰਥਕ ਮੁੱਦੇ 'ਤੇ ਜਦੋਂ ਵੀ ਪਿਛਲੇ ਸਮੇਂ 'ਚ ਕਦੇ ਲੜਾਈ ਲੜੀ ਗਈ ਹੈ, ਦੁਨੀਆ ਭਰ 'ਚ ਬੈਠੇ ਪੰਜਾਬੀਆਂ ਨੇ, ਸਿੱਖ ਭਾਈਚਾਰੇ ਨੇ ਉਸ ਨੂੰ ਭਰਮਾ ਹੁੰਗਾਰਾ ਦਿੱਤਾ ਹੈ। ਪਰ ਜਦੋਂ ਇਹਨਾਂ ਮੁੱਦਿਆਂ 'ਤੇ ਰਾਜਨੀਤੀ ਕੀਤੀ ਜਾਂਦੀ ਹੈ ਜਾਂ ਰਾਜਨੀਤੀ ਲਈ ਰੋਟੀਆਂ ਸੇਕੀਆਂ ਜਾਂਦੀਆਂ ਤਾਂ ਨਤੀਜੇ ਕੁਝ ਵੱਖਰੀ ਕਿਸਮ ਦੇ ਸਾਹਮਣੇ ਆਉਂਦੇ ਆ। ਮੁੱਦੇ ਬਾਰੇ ਕਿਸੇ ਤੋਂ ਵੀ ਕੋਈ ਇਨਕਾਰੀ ਨਹੀਂ, ਮੁੱਦੇ ਬਾਰੇ ਨਜ਼ਰੀਆ ਜਿਹੜਾ ਹੈਗਾ, ਸਵਾਲ ਜਵਾਬ ਉਸ 'ਤੇ ਹੁੰਦੇ ਆ। ਇਹਨਾਂ ਮਾਮਲਿਆਂ ਨੂੰ ਲੈ ਕੇ ਪੈਨਲ 'ਤੇ ਮੇਰੇ ਨਾਲ ਜਿਹੜੇ ਮਹਿਮਾਨ ਇਸ ਵੇਲੇ ਜੁੜ ਚੁੱਕੇ ਹੈ, ਕਰਨੈਲ ਸਿੰਘ ਪੀਰ ਮੁਹੰਮਦ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਗੁਰਦੀਪ ਸਿੰਘ ਗੋਸ਼ਾ ਜੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਇਸੇ ਤਰੀਕੇ ਨਾਲ ਮਨਜੀਤ ਸਿੰਘ ਪੋਮਾ ਸਿੱਖ ਫੈਡਰੇਸ਼ਨ ਦੇ ਜਾਣੇ ਪਛਾਣੇ ਨੇਤਾ ਰਹੇ ਅਤੇ ਅੱਜ ਕੱਲ੍ਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਧਰਮ ਪ੍ਰਚਾਰ ਦਾ ਮਾਮਲਾ ਹੈ, ਕਮੇਟੀ ਹੈ, ਉਸ ਦੀ ਅਗਵਾਈ ਕਰ ਰਹੇ ਹੈ। ਇੰਝ ਹੀ ਲੰਬੇ ਸਮੇਂ ਤੋਂ ਪ੍ਰਸ਼ਾਸਕੀ ਹਲਕਿਆਂ 'ਚ ਕੰਮ ਕਰਨ ਦੇ ਬਾਵਜੂਦ ਇੱਕ ਪੰਥਕ ਪਹਿਚਾਣ ਰੱਖਦੇ ਹੈ ਸਾਹ ਗੁਰਤੇਜ ਸਿੰਘ IAS ਸਾਹਿਬ ਕਾ, ਸਾਰੇ ਸਾਡੇ ਨਾਲ ਜੁੜ ਚੁੱਕੇ ਹੈ। ਸਭ ਨੂੰ ਮੈਂ ਜੀ ਆਖਦਾ, ਵੈਲਕਮ ਕਰਦਾ। ਇਸ ਮੁੱਦੇ 'ਤੇ ਪਹਿਲਾ ਸਵਾਲ ਮੈਂ ਪੀਰ ਮੁਹੰਮਦ ਜੀ ਤੁਹਾਡੇ ਤੋਂ ਲੈਣ ਲੱਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਫੈਸਲਾ ਕੀਤਾ ਹੈ ਉਸ ਬਾਰੇ ਤਾਂ ਹੈ ਹੀ ਹੈ ਕਿ ਵੀ ਪੰਥਕ ਜਿਹੜੇ ਮਾਮਲੇ ਹੈ, ਪੰਥਕ ਮੁੱਦਿਆਂ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਕਿਉਂ, ਹੋਰ ਬਹੁਤ ਸਾਰੇ ਸਵਾਲ ਇੱਦਾਂ ਦੇ ਉੱਠਦੇ ਆ, ਜੇ ਬਾਕੀ ਮਾਮਲਿਆਂ 'ਤੇ ਫੈਸਲੇ ਲਏ ਜਾ ਸਕਦੇ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ। ਪਰ ਪੀਰ ਮੁਹੰਮਦ ਜੀ, ਮੈਂ ਜਿਹੜਾ ਸਵਾਲ ਲੈਣ ਲੱਗਿਆ ਉਹ ਇਹ ਵੀ ਹੈ ਕਿ ਚਾਹੇ ਕੇਂਦਰ ਸਰਕਾਰ ਆ ਜਾਂ ਪੰਜਾਬ ਸਰਕਾਰ ਹੈ, ਉਹਨਾਂ ਦੀ ਚੁੱਪੀ ਦੇ ਸਵਾਲ ਕਿਉਂ ਉੱਠਦੇ ਆ, ਕੀ ਵਜ੍ਹਾ ਹੈ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਸਿੱਧੂ ਸਾਹਿਬ, ਤੁਹਾਨੂੰ, ਪੈਨਲਿਸਟ ਨੂੰ, ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਹ ਜਿਹੜਾ ਮਸਲਾ ਹੈ ਬੰਦੀ ਸਿੰਘਾਂ ਦਾ, ਦੇਸ਼ ਦਾ ਕਾਨੂੰਨ ਇੱਕ, ਉਸ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਨੇ। ਉਹ ਸਜ਼ਾਵਾਂ ਜਿਹੜੀਆਂ ਨੇ, ਜੋ ਦੇਸ਼ ਦੇ ਕਾਨੂੰਨ ਮੁਤਾਬਕ ਕਿਸੇ ਨੂੰ 20 ਸਾਲ ਹੈ, ਕਿਸੇ ਨੂੰ 10 ਸਾਲ ਹੈ ਜਾਂ ਫਾਂਸੀ ਦੀ ਸਜ਼ਾ ਹੈ, ਉਹ ਸਾਰੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਗਈਆਂ ਨੇ। ਫਾਂਸੀ ਦੀ ਸਜ਼ਾ ਦੀ ਮੈਂ ਤਾਂ ਗੱਲ ਕੀਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਨੂੰ ਤੇ ਦੇਸ਼ ਦੁਨੀਆ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਸੀ ਕਿ ਅਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰ ਰਹੇ ਹਾਂ ਤੇ ਉਹ ਬਕਾਇਦਾ ਜਿਹੜਾ ਨੋਟੀਫਿਕੇਸ਼ਨ ਉਸ ਦੇ ਸੰਬੰਧ ਵਿੱਚ ਜਾਰੀ ਕਰ ਰਹੇ ਹਾਂ। ਹੁਣ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਜੀ ਇੱਥੇ ਆਏ ਨੇ ਔਰ ਉਹਨਾਂ ਨੇ ਜਿਸ ਤਰੀਕੇ ਦਾ ਬਿਆਨ ਦਿੱਤਾ ਹੈ, ਉਹ ਇੰਜ ਲੱਗਦਾ ਹੈ ਕਿ ਉਹ ਇਸ ਦੇਸ਼ ਦੇ ਕਾਨੂੰਨ ਦੀ ਨਹੀਂ ਉਹਨਾਂ ਨੂੰ ਸਮਝ, ਜਾਂ ਐਡੇ ਵੱਡੇ ਨੇਤਾ ਹੋਣ ਦੇ ਬਾਵਜੂਦ ਉਹ ਕਿਹੜੀ ਸਿਆਸੀ ਮਜਬੂਰੀ ਕਰਕੇ ਇਹੋ ਜਿਹੀ ਬਿਆਨਬਾਜ਼ੀ ਕਰ ਰਹੇ ਨੇ। ਦੇਖੋ, ਇੱਥੇ ਤਾਂ ਕਿਸੇ ਦੇਸ਼ ਦੀ ਜੇਲ੍ਹ ਦੇ ਵਿੱਚ
ਕੋਈ ਛੋਟਾ ਮੋਟਾ ਕੈਦੀ ਵੀ ਬੰਦ ਹੋਵੇ, ਉਹਦਾ ਪੂਰਾ ਵੇਰਵਾ ਉਹ ਜਿਹੜਾ ਹੈ ਉਹ ਮੌਕੇ ਦੀ ਸਰਕਾਰ ਕੋਲ ਹੁੰਦਾ, ਚਾਹੇ ਉਹ ਸਟੇਟ ਗਵਰਨਮੈਂਟ ਹੋਵੇ, ਚਾਹੇ ਉਹ ਗ੍ਰਹਿ ਮੰਤਰਾਲਾ ਹੋਵੇ, ਉਹਨਾਂ ਕੋਲ ਪਲ ਪਲ ਦੀ ਖਬਰ ਜਾਂਦੀ ਹੈ। ਤੇ ਜਿਹੜੇ ਬੰਦੀ ਸਿੰਘ ਨੇ, ਔਰ ਇਹਨਾਂ ਦੇ ਨਾਮ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਤਾਰਾ, ਔਰ ਇਸੇ ਤਰ੍ਹਾਂ ਭਾਈ ਗੁਰਦੀਪ ਸਿੰਘ ਖੇੜਾ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਜਿਨ੍ਹਾਂ ਦੀਆਂ ਸਕਰੀਨ ਤੇ ਫੋਟੋਆਂ ਵੀ ਆ ਰਹੀਆਂ ਨੇ, ਇਹ ਸਾਰੇ ਉਹ ਨੌਜਵਾਨ ਨੇ ਜਿਹੜੇ ਭਰ ਜਵਾਨੀ ਦੇ ਵਿੱਚ ਸੰਘਰਸ਼ ਦੇ ਵਿੱਚ ਕੁੱਦੇ, ਔਰ ਉਹਨਾਂ ਨੇ ਹਕੂਮਤ ਦਾ ਜਿਹੜਾ ਜ਼ਬਰ ਜ਼ੁਲਮ ਆਪਣੇ ਪਿੰਡੇ ਤੇ ਸਹਿਆ ਤੇ ਜੇਲ੍ਹਾਂ ਦੇ ਵਿੱਚ ਬੰਦ ਸਨ, ਤੇ ਜਿਹੜਾ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਦਿੱਤੀ ਗਈ, ਉਹਨਾਂ ਨੇ ਸਜ਼ਾ ਪੂਰੀ ਕਰ ਲਈ ਹੈ। ਤੇ ਉਸ ਤੋਂ ਬਾਅਦ ਹੁਣ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਹੈ। ਸੁਪਰੀਮ ਕੋਰਟ ਨੇ 6 ਵਾਰ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਭਾਈ ਜਿਹੜਾ ਐਲਾਨ ਕੀਤਾ ਸੀ, ਕੇਂਦਰ ਸਰਕਾਰ ਨੇ ਫੈਸਲਾ ਕੀਤਾ ਸੀ, ਉਸ ਨੋਟੀਫਿਕੇਸ਼ਨ ਨੂੰ ਲਾਗੂ ਕਿਉਂ ਨਹੀਂ ਕਰਦੇ, ਉਹਨਾਂ ਦੇ ਸੰਬੰਧ ਵਿੱਚ ਕੋਈ ਜਵਾਬ ਦਿਓ। ਹੁਣ ਵੀ 13 ਸਤੰਬਰ ਜਿਹੜੀ ਤਰੀਕ ਲੱਗੀ ਹੋਈ ਹੈ। ਜਿਹੜਾ ਸਵਾਲ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਦੇ ਅਜਲਾਸ ਬਾਰੇ ਕੀਤਾ, ਦੇਸ਼ ਦੁਨੀਆ ਅੰਦਰ ਵਸਦੇ ਸਿੱਖ ਕੌਮ, ਸਾਡੇ ਭਾਈਚਾਰੇ ਵੱਲੋਂ ਇਹ ਇੱਕ ਸਭ ਤੋਂ ਵੱਡੀ ਮੰਗ ਹੈ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਯਤਨ ਕੀਤੇ ਜਾਣੇ ਚਾਹੀਦੇ ਆ। ਇਸ ਵਿੱਚ ਕੋਈ ਦੋ ਰਾਇਆ ਨਹੀਂ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਢਿੱਲ ਰਹੀ ਹੈ, ਔਰ ਹੁਣ ਜਿਹੜਾ ਇੱਕ ਯਤਨ ਜਿਹੜੇ ਸਾਂਝੇ ਰੂਪ ਵਿੱਚ ਕੀਤੇ ਜਾ ਰਹੇ ਨੇ, ਤੇ ਅੱਜ ਵੀ ਇਸ ਗੱਲ ਦੀ ਮੈਂ ਤਸੱਲੀ ਪ੍ਰਗਟ ਕਰਦਾ ਕਿ ਭਾਵੇਂ ਵਿਰੋਧੀ ਵਿਚਾਰਾਂ ਵਾਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ, ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟ ਕੀਤੀ, ਚਾਹੇ ਗਵਰਨਰ ਹਾਊਸ ਜਾਣਾ ਪਵੇ, ਚਾਹੇ ਭਾਰਤ ਦੀ ਸਰਕਾਰ ਦੇ ਸਾਹਮਣੇ ਜਾਣਾ ਪਵੇ, ਕਿਤੇ ਵੀ ਜਾਣਾ ਪਵੇ, ਤੇ ਅਸੀਂ ਸਾਰਾ ਸਾਂਝਾ ਯਤਨ ਕਰਾਂਗੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਚੰਗੇ ਤਰੀਕੇ ਜਿਹੜੇ ਹੁੰਦੇ ਨੇ ਦੇਸ਼ ਦੇ ਵਿੱਚ, ਉਹ ਇਹ ਹੁੰਦੇ ਨੇ ਕਿ ਜਦੋਂ ਇਹ ਪੁਰਅਮਨ ਢੰਗ ਦੇ ਨਾਲ ਚਾਹੁੰਦੇ ਨੇ ਕਿ ਇਸ ਦੇਸ਼ ਦੇ ਅੰਦਰ ਕਿ ਸਿੱਖ ਜਿਹੜੇ ਆਪਣਾ ਸੰਘਰਸ਼ ਕਰਨ, ਤੇ ਉਸ ਸੰਘਰਸ਼ ਦੇ ਵਿੱਚ ਜਿਹੜੇ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਗਏ ਨੇ, ਉਹਨਾਂ ਦੀ ਰਿਹਾਈ ਬਣਦੀ, ਉਹਨਾਂ ਨੂੰ ਰਿਹਾ ਕੀਤਾ ਜੀ। ਜਾਣਾ ਬਿਲਕੁਲ ਚਾਹੀਦਾ। ਪੀਰ ਮੁਹੰਮਦ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਵਿਸਥਾਰ 'ਚ ਤੁਸੀਂ ਜਾਣਕਾਰੀ ਵੀ ਦਿੱਤੀ ਹੈ। ਕੇਂਦਰ ਨਾਲ ਜਿਹੜੇ ਮੁੱਦੇ ਆ ਉਹਦੇ ਤੇ ਸਵਾਲ ਵੀ ਉਠਾਇਆ। ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਸਾਡੇ ਨਾਲ ਜਿਹੜਾ ਹੈਗਾ ਭਾਜਪਾ ਦੇ ਬੁਲਾਰੇ ਗੋਸ਼ਾ ਜੀ ਜੁੜੇ ਆ, ਅਸੀਂ ਉਹਨਾਂ ਨਾਲ ਵੀ ਇਸ ਮੁੱਦੇ ਤੇ ਸਵਾਲ ਲੈਂਦੇ ਹਾਂ। ਗੋਸ਼ਾ ਜੀ, ਸਿੱਧਾ ਜਿਹਾ ਸਵਾਲ ਹੈ, ਜੋ ਗੱਲ ਪੀਰ ਮੁਹੰਮਦ ਉਹਨਾਂ ਨੇ ਕਹੀ ਹੈ ਕਿ ਜਿਸ ਤਰ੍ਹਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਦਾ ਰਵੱਈਆ ਹੈ, ਇਹਨਾਂ ਦਾ ਕਹਿਣਾ ਕਿ ਸੁਪਰੀਮ ਕੋਰਟ ਵੱਲੋਂ ਵੀ ਇਸ ਮਾਮਲੇ 'ਚ ਜਾਣਕਾਰੀ ਮੰਗੀ ਗਈ ਹੈ, ਔਰ SGPC ਲਗਾਤਾਰ ਇਸ ਮਾਮਲੇ ਤੇ ਲੜ ਰਹੀ ਹੈ, ਫਿਰ ਕੇਂਦਰ ਦੇ ਰਵੱਈਏ ਤੇ ਸਵਾਲ ਕਿਉਂ ਉੱਠ ਰਹੇ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸੰਗਤ ਨੂੰ ਵੀ ਕਰਦਾ ਤੇ ਪੈਨਲਿਸਟ ਨੂੰ ਵੀ ਕਰਦਾ ਜੀ। ਸਿੱਧੂ ਸਾਹਿਬ, ਏਦਾਂ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੋਗਲਾ ਨੀਤੀ ਦੇ ਉੱਤੇ ਗੱਲ ਨਾ ਕਰੇ। ਮੈਂ ਪੀਰ ਮੁਹੰਮਦ ਜੀ ਨੂੰ ਥੋੜੀ ਜਿਹੀ ਗੱਲ ਦਾ ਜਵਾਬ ਜ਼ਰੂਰ ਦਿਆਂਗਾ, ਕਿਉਂਕਿ ਉਹਦੇ ਉੱਤੇ ਮੈਂ ਬਾਕੀ ਤੱਥ ਵੀ ਪੇਸ਼ ਕਰਾਂਗਾ। ਪਹਿਲੀ ਗੱਲ, ਭਾਰਤੀ ਜਨਤਾ ਪਾਰਟੀ ਕੋਈ ਵੀ ਜਿਹੜੇ ਬੰਦੀ ਹੈਗੇ ਆ ਉਹਨਾਂ ਨੂੰ ਰਿਹਾ ਕਰਨ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ। ਸਾਡੀ ਭੱਜਣ ਵਾਲੀ ਨੀਤੀ ਨਹੀਂ ਹੈ, ਜਿੱਦਾਂ ਆਮ ਆਦਮੀ ਪਾਰਟੀ ਅੱਜ ਨਹੀਂ ਆ ਕੇ ਬੈਠੀ ਨਾ, ਕਿਉਂਕਿ ਇਹਨਾਂ ਦੇ ਵੀ ਬੰਦੇ ਉੱਥੇ ਮਿਲਣ ਗਏ ਸੀਗੇ, ਵੱਡੇ ਅਹੁਦੇਦਾਰ ਮਿਲਣ ਗਏ ਸੀ, ਉਹਨਾਂ ਨੇ ਮਿਲੇ ਵੀ ਨਹੀਂ ਸੀਗੇ ਇਸ ਮੁੱਦੇ ਤੇ ਕੇਜਰੀਵਾਲ ਸਾਹਿਬ। ਸਾਡੀ ਨੀਤੀ ਤੇ ਨੀਅਤ ਬਿਲਕੁਲ ਸਾਫ਼ ਹੈ ਕਿ ਬੰਦੀ ਜਿਹੜੇ ਰਿਹਾ ਹੋਣੇ ਚਾਹੀਦੇ। ਦੂਜੀ ਗੱਲ ਦੇਖੋ, 2011 ਦੇ ਵਿੱਚ ਭਾਈ ਰੱਜੋਆਣਾ ਸਾਹਿਬ ਕਰਕੇ ਪ੍ਰੋਟੈਸਟ ਸ਼ੁਰੂ ਹੋਏ ਸੀਗੇ। ਉਹਦੇ ਵਿੱਚ ਮੈਂ ਖੁਦ ਵੀ ਸਿਮਰਜੀਤ ਸਿੰਘ ਮਾਨ ਸਾਹਿਬ, ਭਾਈ ਦਲਜੀਤ ਸਿੰਘ ਬਿੱਟੂ ਜੀ, ਜਾਂ ਹੋਰ ਜਿੰਨੇ ਨੁਮਾਇੰਦੇ ਸੀ, ਬਲਜੀਤ ਸਿੰਘ ਦਾਦੂਵਾਲ ਜੀ, ਅਸੀਂ ਜੇਲ੍ਹ ਕੱਟੀ ਹੋਈ ਹੈ। ਸ਼ਾਇਦ ਮੇਰੇ ਹਿਸਾਬ ਨਾਲ ਪੀਰ ਮੁਹੰਮਦ ਜੀ ਵੀ ਉਹਨਾਂ ਦਿਨਾਂ 'ਚ 2011 'ਚ ਜੇਲ੍ਹ ਕੱਟੀ ਸੀ। ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਅੰਦਰ। ਦਿੱਲੀ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਦੀ ਕਾਂਗਰਸ ਸਰਕਾਰ ਸੀ। ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਜੇਲ੍ਹ ਦੇ ਅੰਦਰ ਇਸ ਕਰਕੇ ਡੱਕਿਆ ਸੀ, ਅਸੀਂ ਪ੍ਰੋਟੈਸਟ ਉਹਨਾਂ ਦੇ ਹੱਕ 'ਚ ਕੀਤਾ ਸੀਗਾ, ਕੋਈ ਅਸੀਂ ਨਿਊਸੈਂਸ ਨਹੀਂ ਕ੍ਰੀਏਟ ਕੀਤੀ ਸੀ। ਪਹਿਲੀ ਗੱਲ, ਦੋਗਲੀ ਰਾਜਨੀਤੀ ਉਦੋਂ ਕਿਉਂ ਸੁੱਤੇ ਸੀ? ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੀ ਅਸੀਂ ਬੰਦੀ ਨਹੀਂ ਰਿਹਾ ਕਰਨ ਵਾਸਤੇ ਪ੍ਰੋਟੈਸਟ ਕਰ ਸਕਦੇ? ਪਹਿਲੀ ਨੀਤੀ ਉਹਨਾਂ ਦੀ ਦੱਸੀ। ਦੂਜੀ ਗੱਲ ਮੈਂ ਦੱਸਣਾ ਚਾਹੁੰਦਾ, ਦੇਖੋ ਟੋਟਲ ਇੰਡੀਆ ਦੀ ਜੁਡੀਸ਼ਰੀ ਸਿਸਟਮ ਬਹੁਤ ਸਲੋ ਹੈ, ਪ੍ਰੋਸੈਸ ਬੜਾ ਸਲੋ ਹੈ। ਅੱਜ ਦੀ ਡੇਟ 'ਚ ਵੀ ਇੱਕ ਕੇਸ ਇਹੋ ਜਿਹਾ ਜਿਹੜਾ 224 ਸਾਲ ਹੋ ਚੁੱਕੇ ਆ, ਜਿਹੜਾ ਹੱਲੇ ਤੱਕ ਕੇਸ ਨਹੀਂ ਹੱਲ ਹੋਇਆ। ਪਿਛਲੇ ਸਮੇਂ ਦੇ ਵਿੱਚ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਜੇ ਭਾਰਤ ਦੀ ਪੂਰੀ ਜੁਡੀਸ਼ਰੀ ਸਿਸਟਮ ਜਿਹੜੀ ਜਥੇਬੰਦੀ ਸਭ ਨਾਲੋਂ ਵੱਡੀ, ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜੁਡੀਸ਼ਰੀ ਸਿਸਟਮ ਪਾਰਦਰਸ਼ੀ ਤੇ ਫਾਸਟ ਕੀਤਾ ਜਾਵੇ, ਕਿਉਂਕਿ ਕੇਸ ਅੱਜ ਵੀ ਜੇਲ੍ਹਾਂ ਦੇ ਅੰਦਰ ਜਿਹੜੇ ਜਿਨ੍ਹਾਂ ਨੂੰ ਹਲੇ ਸਜ਼ਾ ਵੀ ਨਹੀਂ ਹੋਈ ਹੋਣੀ, ਹਲੇ ਕੇਸ ਟ੍ਰਾਇਲ ਚੱਲਦਾ ਪਿਆ, ਉਹ ਵੀ 3,71,848 ਜੇਲ੍ਹਾਂ ਦੇ ਵਿੱਚ ਬੰਦ ਬੈਠੇ ਆ ਜਿਨ੍ਹਾਂ ਨੂੰ ਸਜ਼ਾ ਵੀ ਨਹੀਂ ਹੋਈਆਂ। ਗੁੱਸੇ ਜੀ, ਇਹ ਗੱਲ ਬਿਲਕੁਲ ਸਹੀ ਹੈ। ਮੈਂ ਉੱਥੇ ਆਪਾਂ ਉਸੇ ਮੁੱਦੇ ਤੇ ਗੱਲ ਇਹ ਹੈ ਵੀ ਜਿਹੜੇ ਕਹਿੰਦੇ ਉਸੇ ਮੁੱਦੇ ਤੇ ਜੀ, ਯੈਸ, ਹਾਂ ਬਿਲਕੁਲ।
ਗੁਰੂ ਨਾਨਕ ਸਾਹਿਬ ਦਾ 500 ਸਾਲਾ ਨਹੀਂ 550 ਸਾਲਾ ਸੀ। ਪੀਰ ਮੁਹੰਮਦ ਜੀ ਨੂੰ ਮੈਂ ਦੱਸ ਦਿੰਦਾ 550 ਸਾਲਾ ਦਾ ਅਸੀਂ ਕਿਹਾ ਸੀ। ਉਹ ਹਾਂ ਚਲੋ ਜੋ ਵੀ ਹੈ, ਮਤਲਬ ਕਿ ਅਸੀਂ ਕਿਹਾ ਸੀਗਾ ਵੀ ਅਸੀਂ ਉਹਨਾਂ ਦੀ ਫਾਂਸੀ ਵੀ ਰੱਦ ਹੋਈ ਆ। ਅਸੀਂ ਸਾਡੀ ਨੀਅਤ ਬਿਲਕੁਲ ਸਾਫ਼ ਹੈ। ਕੋਈ ਵੀ ਜਿਹੜੇ ਜੇਲ੍ਹ ਕੋਈ ਵੀ ਹੋਵੇ ਜਿਹੜਾ ਟਾਈਮ ਪੂਰਾ ਹੋ ਚੁੱਕਾ ਉਹ ਸਾਡਾ ਬਣਦਾ ਫਰਜ਼ ਬਣਦਾ, ਪਰ ਕਈ ਚੀਜ਼ਾਂ ਦੀ ਟੈਕਨੀਕਲੀ ਪ੍ਰੋਬਲਮ ਆ ਜਾਂਦੀ ਹੈ ਜੁਡੀਸ਼ਲੀ। ਅਸੀਂ ਅੱਜ ਇਸ ਮੰਚ ਤੋਂ ਮੈਂ ਬੇਨਤੀ ਕਰਦਾ ਸਿੱਧੂ ਸਾਹਿਬ, ਮੈਂ ਮੰਚ ਤੋਂ ਬੇਨਤੀ ਕਰਦਾ ਐਜ਼ ਏ ਸਪੋਕਸਮੈਨ, ਭਾਜਪਾ ਦਾ ਮੈਂ ਸਪੋਕਸਮੈਨ ਹੈ, ਪ੍ਰਵਕਤਾ ਹੈ, ਮੈਂ ਬੇਨਤੀ ਕਰਦਾ ਸਾਰੇ ਜੁਡੀਸ਼ਲੀ ਸਿਸਟਮ ਨੂੰ, ਸਾਰੀਆਂ ਸਟੇਟਾਂ ਨੂੰ, ਕੱਲੇ ਇਹ ਨਹੀਂ ਸਟੇਟਾਂ ਸਰਕਾਰ ਵੀ ਫਰਾਖਦੀ ਲਈ ਦਿਖਾਵੇ ਇਸ ਕੰਮ ਦੇ ਵਿੱਚ। ਸਾਰੀਆਂ ਸਟੇਟਾਂ ਸਰਕਾਰਾਂ ਚੈੱਕ ਕਰੇ ਕਿਹੜੇ ਬੰਦੇ ਰਿਹਾ ਹੋਣ ਵਾਲੇ ਕਰੇ। ਅਸੀਂ ਤਾਂ ਬਾਰ-ਬਾਰ ਇਹ ਗੱਲ ਕਹਿੰਦੇ ਆ, ਸਾਡੀ ਸਿੱਖ ਪੰਥ ਦੇ ਵਿੱਚ ਆਸਥਾ ਹੈ, ਸਾਡੀ ਗੁਰੂ ਨਾਨਕ ਸਾਹਿਬ ਦੇ ਵਿੱਚ ਆਸਥਾ। ਜੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਅਸੀਂ ਕੋਈ ਵਾਅਦੇ ਕੀਤੇ ਪਹਿਲਾਂ ਵੀ ਪੂਰੇ ਕੀਤੇ ਆ, ਅਸੀਂ ਇੱਕ ਬੇਨਤੀ ਕਰਾਂਗੇ ਤੇ ਜੀ ਠੀਕ ਹੋਣਾ ਚਾਹੀਦਾ। ਜੀ ਗੋਸ਼ਾ ਜੀ ਫੇਰ ਆਨੇ ਐਸੇ ਮੁੱਦੇ ਤੇ। ਮੈਂ ਬਾਕੀ ਮਹਿਮਾਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਪੀਰ ਮੁਹੰਮਦ ਜੀ ਇੱਕ ਸਵਾਲ ਤੁਹਾਡੇ ਤੋਂ ਬਣਦਾ ਹੈ, ਕਿਉਂਕਿ ਗੋਸ਼ਾ ਜੀ ਨੇ ਗੱਲ ਕਹੀ ਹੈ ਕਿ ਅਕਾਲੀ ਦਲ ਦੀ ਆਪਣੀ ਦੋਗਲੀ ਨੀਤੀ, ਉਹ ਤੁਹਾਡੇ ਬਾਰੇ ਵੀ ਕਹਿ ਰਿਹਾ ਕਿ ਤੁਸੀਂ ਵੀ ਸ਼ਾਇਦ ਉਦੋਂ ਜੇਲ੍ਹ ਸੀ, ਕਿ ਇੱਕੋ ਮੁੱਦਾ ਸੀ ਅਕਾਲੀ ਦਲ ਦੀ ਸਰਕਾਰ ਸੀ ਤੇ ਅਕਾਲੀ ਦਲ ਨੂੰ ਸਿਰਫ ਇਹੀ ਸੀ ਕਿ ਕਿਉਂ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰੋਟੈਸਟ ਕਰ ਰਹੇ, ਇਸ ਕਰਕੇ ਕਹਿੰਦੇ ਜੇਲ੍ਹ 'ਚ ਭੇਜਿਆ ਗਿਆ ਸੀ। ਇਹਨੂੰ ਕਹਿ ਰਿਹਾ ਕਿ ਦੋਗਲੀ ਨੀਤੀ ਜਿਹਦੇ ਕਰਕੇ ਹੋ ਰਿਹਾ, ਉਹ ਕਹਿੰਦੇ ਕੇਂਦਰ ਦੀ ਸਰਕਾਰ ਦਾ ਕੋਈ ਅਸਰ ਰਵੱਈਆ ਨਹੀਂ, ਉਹ ਤਿਆਰ ਹੈ। ਦੇਖੋ ਮੈਂ ਜੋ ਮਹਿਸੂਸ ਕਰਦਾ ਕਿ ਜੇ ਅਕਾਲੀ ਦਲ ਦੀ ਉਦੋਂ ਦੋਗਲੀ ਨੀਤੀ ਰਹੀ ਹੈ ਤੇ ਉਹ ਭਾਜਪਾ ਕਰਕੇ ਹੀ ਰਹੀ ਹੈ, ਕਿਉਂਕਿ ਬਹੁਤ ਸਾਰੇ ਮਸਲੇ ਜਿਹੜੇ ਆ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਆਪਸ ਵਿੱਚ ਗੱਠਜੋੜ ਸੀ ਤਾਂ ਉਸ ਗੱਠਜੋੜ ਦੇ ਵਿੱਚ ਕਈ ਮਸਲੇ ਇਹੋ ਜਿਹੇ ਸੀ ਜਿਹੜੇ, ਮੈਂ ਇਹ ਗੱਲ ਅੱਜ ਕੱਲ੍ਹ ਭਾਜਪਾ ਦੇ ਉੱਤੇ ਦੋਸ਼ ਨਹੀਂ ਮੈਂ ਲਾਉਂਦਾ, ਮੈਂ ਗੱਲ ਕਹਿਣੀ ਚਾਹੁੰਦਾ ਕਿ ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਈਵਨ ਸਭ ਤੋਂ ਸਾਡਾ ਤੈਸੀ ਤਾਂ ਚੰਦਰ ਸ਼ੇਖਰ ਸਨ ਨਾ, ਜਿਨ੍ਹਾਂ ਨੂੰ ਸਿੱਖਾਂ ਦਾ ਸਭ ਤੋਂ ਵੱਡਾ ਤੈਸੀ ਕਿਹਾ ਜਾਂਦਾ ਸੀ। ਉਹਨਾਂ ਦੇ ਰਾਜ ਦੇ ਵਿੱਚ ਜਦੋਂ ਉਹਨਾਂ ਦਾ ਰਾਜ ਆਇਆ, ਜਦੋਂ ਜਨਤਾ ਦਲ ਦਾ, ਯੂਨਾਈਟਿਡ ਦਾ, ਸਾਂਝੇ ਗੱਠਜੋੜ ਦਾ ਰਾਜ ਆਇਆ, ਸਭ ਤੋਂ ਜ਼ਿਆਦਾ ਝੂਠੇ ਪੁਲਿਸ ਮੁਕਾਬਲੇ ਉਹਨਾਂ ਦੇ ਰਾਜ ਦੇ ਵਿੱਚ ਹੋਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਇੰਨੇ ਜੀ ਸਿੰਘ ਪੇਸ਼ ਕਰਾਏ ਸੀ, ਉਹਨਾਂ ਦਾ ਬਾਅਦ ਵਿੱਚ ਪਤਾ ਹੀ ਨਹੀਂ ਲੱਗਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਜਿਹੜੀ ਸਟੇਟ ਦੀ ਪਾਲਿਸੀ ਹੈ, ਚਾਹੇ ਉਹਦੇ ਚ ਬੀਜੇਪੀ ਆ ਜਾਵੇ, ਚਾਹੇ ਕਾਂਗਰਸ ਆ ਜਾਵੇ, ਚਾਹੇ ਕੋਈ ਵੀ ਧਿਰ ਆ ਜਾਵੇ, ਉਹਨਾਂ ਨੇ ਇੱਕ ਪਾਲਿਸੀ ਬਣਾਈ ਹੈ ਮਿਨੋਰਟੀ ਬਾਰੇ। ਉਹ ਮਿਨੋਰਟੀ ਦੇ ਬਾਰੇ ਜਿਹੜੀ ਪਾਲਿਸੀ ਹੈ ਉਹਨੂੰ ਬਦਲਣ ਦੀ ਲੋੜ ਹੈਗੀ ਹੈ। ਅੱਜ ਸਾਨੂੰ, ਅਸੀਂ ਭਾਵੇਂ ਵੱਖ-ਵੱਖ ਪਲੇਟਫਾਰਮ ਤੇ ਬੈਠੇ ਆ, ਬੁਲਾਰੇ ਬਣ ਕੇ ਬੈਠੇ ਆ, ਅਸੀਂ ਆਪਣੀ ਮਜਬੂਰੀ ਹੈ ਕਿ ਅਸੀਂ ਆਪਣੀ ਪਾਰਟੀ ਨੂੰ ਉਸ ਢੰਗ ਦੇ ਨਾਲ ਪੇਸ਼ ਕਰਨਾ, ਲੇਕਿਨ ਜਿਹੜੀ ਸੱਚਾਈ ਇਹ ਆ ਕਿ ਸਾਡੀ ਮਿਨੋਰਟੀਜ਼ ਇਕੱਲੀ ਇੱਕ ਸਿੱਖਾਂ ਦੀ ਗੱਲ ਨਹੀਂ ਹੈਗੀ, ਜਿੰਨੀਆਂ ਵੀ ਦੇਸ਼ ਦੇ ਵਿੱਚ ਮਿਨੋਰਟੀਆਂ ਨੇ ਉਹਨਾਂ ਦੇ ਨਾਲ ਧੱਕੇ ਹੋ ਰਹੇ ਨੇ, ਔਰ ਸਾਰਿਆਂ ਨੂੰ ਪਤਾ ਉਹਦੇ ਵਿੱਚ ਭੂਤ ਭੋਗੀਆਂ ਜੇ ਸਾਨੂੰ ਜੇਲਾਂ, ਅਸੀਂ ਤਾਂ ਛੋਟੀਆਂ ਜੇਲਾਂ ਕੱਢੀਆਂ, ਜਿਹੜੇ ਵਿਚਾਰੇ 18 ਸਾਲ ਦੀ ਉਮਰ 'ਚ ਗਏ ਨੇ, ਤੇ ਆ ਭੋਮਾ ਸਾਹਿਬ ਨੇ 5 ਸਾਲ ਯੋਧਪੁਰ ਦੇ ਜੇਲ੍ਹ ਦੇ ਵਿੱਚ ਰਹੇ ਆ, ਜਿਹੜੇ ਲਗਾਤਾਰ ਜਿਹੜੀਆਂ ਲੰਮੀਆਂ ਜੇਲ੍ਹਾਂ ਜੀ ਬਿਲਕੁਲ ਉਦੋਂ ਘਰ ਦੇ ਆ ਤੋਂ ਬਗੈਰ ਕੋਈ ਨਹੀਂ ਪੁੱਛਦਾ, ਕੋਈ ਜਵਾਬ ਤਾਂ ਦੇਣਾ ਨੇ। ਸਵਾਲ ਹੋਰ ਸੀਗਾ ਪੀਰ ਮੁਹੰਮਦ ਜੀ, ਸਵਾਲ ਇਹਦੇ ਬਾਰੇ ਗੋਸ਼ਾ ਜੀ ਮੈਂ ਤੁਹਾਡੇ ਤੋਂ ਵੀ ਜਵਾਬ ਲੈਣੇ ਆ। ਪੀਰ ਮੁਹੰਮਦ ਜੀ ਸਵਾਲ ਇਸ ਕਰਕੇ ਵੀ, ਗੋਸ਼ਾ ਜੀ ਨੇ ਵੀ ਸ਼ਾਇਦ ਇਸ ਕਰਕੇ ਸਵਾਲ ਕੀਤਾ ਹੋਵੇਗਾ, ਉਹ ਕਹਿੰਦੇ ਜਿੱਦਾਂ ਦੀ ਗੱਲ ਕਰ ਰਹੇ ਆ, ਘੱਟ ਗਿਣਤੀਆਂ ਦੀ ਗੱਲ ਕਰਦੇ ਆ, ਉਹ ਇਹੀ ਤਾਂ ਕਹਿੰਦੇ ਆ ਵੀ ਜਦੋਂ ਅਕਾਲੀ ਦਲ ਤੇ ਭਾਜਪਾ ਇਕੱਠੇ ਸੀ ਸੱਤਾ ਦੇ ਵਿੱਚ, ਉਹਨਾਂ ਵੇਲੇ ਜਦੋਂ ਇਸ ਤਰ੍ਹਾਂ ਦੇ ਹਮਲੇ ਹੋਏ ਜਾਂ ਘੱਟ ਗਿਣਤੀਆਂ ਦੇ ਖਿਲਾਫ ਉਦੋਂ ਕਾਰਵਾਈਆਂ ਹੁੰਦੀਆਂ ਰਹੀਆਂ, ਉਦੋਂ ਅਕਾਲੀ ਦਲ ਦਾ ਰਵੱਈਆ ਹੋਰ ਸੀ ਤੇ ਅੱਜ ਹੋਰ ਹੈ। ਇਸ ਮੁੱਦੇ ਤੇ ਆ ਕੇ ਸਵਾਲ ਜਿਹੜਾ ਹੈਗਾ ਪੀਰ ਮੁਹੰਮਦ ਜੀ ਉੱਠਦਾ ਹੈ। ਦੇਖੋ ਜੋ ਪਿਛਲੇ ਸਮੇਂ ਦੇ ਵਿੱਚ ਮੈਂ ਹਰ ਡਿਬੇਟ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਵੀ ਇਹ ਗੱਲ ਹੈ, ਅੱਜ ਰਿਫਾਰਮ ਦੀ ਜਿਹੜੀ ਲੋੜ ਪਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ, ਇਕੱਲੇ ਅਕਾਲੀ ਦਲ ਨੂੰ ਨਹੀਂ, ਅੱਜ ਸਟੇਟ ਦੀਆਂ ਜਿੰਨੀਆਂ ਵੀ ਜਿਹੜੀਆਂ ਖੇਤਰੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਹੈ, ਇੱਥੇ ਨੈਸ਼ਨਲ ਪਾਰਟੀਆਂ ਹੁੰਜੀਆਂ ਗਈਆਂ ਨੇ ਪਿਛਲੇ ਸਮੇਂ ਦੇ ਵਿੱਚ, ਕਿਉਂਕਿ ਸਾਨੂੰ ਆਪਣੀਆਂ ਨੀਤੀਆਂ ਦੇ ਵਿੱਚ, ਮੈਂ ਹੁਣੇ ਇੱਕ ਛੋਟੇ ਲੜਕੇ ਦੀ ਗੱਲ ਸੁਣ ਰਿਹਾ ਸੀ, ਉਹ ਕਹਿੰਦੇ ਜੀ ਮੋਦੀ ਸਾਹਿਬ ਕਹਿੰਦੇ ਮੈਂ 18 ਘੰਟੇ ਕੰਮ ਕਰਦਾ, ਉਹ ਕਹਿੰਦੇ ਕੰਮ ਤਾਂ ਕਰਨ ਪਰ ਉਹਦਾ ਰਿਜ਼ਲਟ ਵੀ ਸਾਹਮਣੇ ਆਵੇ ਨਾ। ਜਿਹੜੇ ਲੋਕਾਂ ਦੀਆਂ, ਜਿਵੇਂ ਹੁਣ ਇਹਨਾਂ ਨੇ ਆਪ ਹੀ ਦੱਸਿਆ ਕਿ 3 ਲੱਖ ਤੋਂ ਵੱਧ ਲੋਕ ਇਸ ਤਰ੍ਹਾਂ ਦੇ ਜੇਲ੍ਹ 'ਚ ਬੰਦ ਨੇ ਕਿ ਜਿਨ੍ਹਾਂ ਦੇ ਉੱਤੇ ਟ੍ਰਾਇਲ ਹੀ ਨਹੀਂਗਾ ਅਜੇ ਤੱਕ, ਉਹ ਲਮਕਾਈ ਜਾ ਰਹੇ ਆ, ਉਹਨਾਂ ਨੂੰ ਕੋਈ ਸਜ਼ਾ ਵੀ ਨਹੀਂ ਮਿਲੀ, ਫਿਰ ਵੀ ਉਹ ਹਵਾਲਾਤੀ ਦੇ ਰੂਪ ਵਿੱਚ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੀ ਰਿਹਾਈ ਦੇ ਵਾਸਤੇ ਕੋਈ ਪ੍ਰਬੰਧ ਹੋਣਾ ਚਾਹੀਦਾ ਨਾ। ਥੈਂਕ ਯੂ ਪੀਰ ਮੁਹੰਮਦ ਜੀ, ਬਿਲਕੁਲ ਤੁਹਾਡਾ ਜਿਹੜਾ ਇਸ ਮੁੱਦੇ ਤੇ ਜਵਾਬ ਆ ਗਿਆ। ਬਾਕੀ ਮਹਿਮਾਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ। ਉਮਾ ਜੀ, ਤੁਸੀਂ ਵੀ ਸਿੱਖ ਫੈਡਰੇਸ਼ਨ ਦੀ ਅਗਵਾਈ ਦੇ ਤੌਰ ਤੇ ਬੜਾ ਲੰਬਾ ਸਮਾਂ ਸਿੱਖ ਸੰਘਰਸ਼ 'ਚ ਜਦੋਜਹਿਦ ਕਰਦੇ ਰਹੇ, ਹੁਣ ਵੀ ਮੁੱਦਾ ਸਿੱਧੇ ਤੌਰ ਤੇ ਇਸੇ ਤਰੀਕੇ ਨਾਲ ਜੁੜਿਆ, ਕਿਉਂਕਿ ਜਿਹੜੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਉਹ ਵੀ ਕਿਸੇ ਨਾ ਕਿਸੇ ਉਹ ਸੰਘਰਸ਼ ਵਾਲਾ ਦੌਰ ਹੀ ਸੀ ਜਦੋਂ ਅੰਦਰ ਗਏ ਹੈ, ਤੇ ਹੁਣ 27 ਸਾਲ 30 ਸਾਲ 28 ਸਾਲ ਹੋ ਗਏ, ਰਿਹਾਈ ਦੇ ਮੁੱਦੇ ਤੇ ਸਵਾਲ ਉੱਠ ਰਹੇ ਹੈ, ਕਿਵੇਂ ਦੇਖਦੇ ਹੋ ਤੇ ਕੌਣ ਹੈ ਜ਼ਿੰਮੇਵਾਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ, ਗੱਲ
ਸੱਚਾਈ ਬਿਆਨ ਕਰਨ ਦੀ ਆ, ਕਿਸੇ ਤੇ ਐਲੀਗੇਸ਼ਨ ਲਾਉਣ ਦੀ ਨਹੀਂ। 2001 ਦੇ ਵਿੱਚ ਜਦੋਂ ਦੇਸ਼ ਦਾ ਗ੍ਰਹਿ ਮੰਤਰੀ LK ਅਡਵਾਨੀ ਸੀ ਤਾਂ ਉਸਨੇ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਸੀ ਕਿ ਅਸੀਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਤੇ ਵਿਚਾਰ ਕਰ ਰਹੇ ਹਾਂ। ਤਾਂ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਆਬਜੈਕਸ਼ਨ ਕੀਤਾ ਸੀ ਕਿ ਤੁਸੀਂ ਸਾਨੂੰ ਪੁੱਛਣ ਤੋਂ ਬਗੈਰ ਬੰਦੀ ਸਿੰਘਾਂ ਦੀਆਂ ਰਿਹਾਈਆਂ ਤੇ ਵਿਚਾਰ ਕਿਉਂ ਕਰ ਰਹੇ ਆ, ਤੁਹਾਡਾ ਤੇ ਸਾਡਾ ਗੱਠਜੋੜ ਦਾ ਮਤਲਬ ਕੀ ਆ। ਦੂਸਰੀ ਗੱਲ, ਜਦੋਂ ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਸੰਘਰਸ਼ ਸ਼ੁਰੂ ਕੀਤਾ ਤਾਂ ਉਸ ਵੇਲੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਉਹਨਾਂ ਨੇ ਉਹਨਾਂ ਨੂੰ ਇੱਕ ਭਰੋਸਾ ਦੇ ਕੇ ਉਹ ਸੰਘਰਸ਼ ਖਤਮ ਕਰ ਲਈ। ਸਿੰਘ ਸਾਹਿਬ ਉਹਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਰਾਹੀਂ ਉਹਨੂੰ ਜੂਸ ਪਿਲਾ ਕੇ ਜਿਹੜਾ ਵਾ ਉਹ ਬੰਦੀ ਸਿੰਘਾਂ ਦੀਆਂ ਹਰਿਆਈਆਂ ਦਾ ਜਿਹੜਾ ਵਾ ਸੰਘਰਸ਼ ਖਤਮ ਕਰਾਤਾ। ਪਰ ਬੰਦੀ ਸਿੰਘ ਹਰਿਆ ਨਹੀਂ ਹੋਏ। ਅਗਲੀ ਗੱਲ, ਬਾਪੂ ਸੂਰਤ ਸਿੰਘ, ਸਾਰੇ ਸੰਸਾਰ ਨੂੰ ਪਤਾ ਕਿ ਬੰਦੀ ਸਿੰਘਾਂ ਲਈ ਉਹਨਾਂ ਨੇ ਆਪਣਾ ਸੰਘਰਸ਼ ਸ਼ੁਰੂ ਕੀਤਾ ਤੇ ਸੰਘਰਸ਼ ਵੀ ਉਹਨਾਂ ਆਪਣੇ ਘਰ ਤੋਂ ਸ਼ੁਰੂ ਕੀਤਾ। ਕਿਸੇ ਨੂੰ ਉਹ ਕੋਈ ਟ੍ਰੇਨਾਂ ਰੋਕਣ ਨਹੀਂ ਗਏ, ਸੜਕਾਂ ਰੋਕਣ ਨਹੀਂ ਗਏ, ਆਪਣੇ ਘਰ ਤੋਂ ਹੀ ਉਹਨਾਂ ਸੰਘਰਸ਼ ਸ਼ੁਰੂ ਕਰਤਾ। ਪਰ ਬਾਦਲਾਂ ਦੀ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੁਧਿਆਣੇ ਹਸਪੀਟਲ ਦੇ ਵਿੱਚ ਲਿਆ ਕੇ ਤੇ ਖੁਦ ਬੰਦੀ ਬਣਾ ਦਿੱਤਾ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਅਕਾਲੀ ਦਲ ਸਿੰਸੀਅਰ ਹੁੰਦਾ ਬੰਦੀ ਸਿੰਘਾਂ ਦੀ ਹਰਿਆਈ ਲਈ ਤੇ ਭਾਈ ਗੁਰਬਖਸ਼ ਸਿੰਘ ਨੂੰ ਜੂਸ ਨਹੀਂ ਸੀ ਪਿਆ ਜਾਣਾ ਧੋਖੇ ਨਾਲ, ਉਹ ਸੰਘਰਸ਼ ਖਤਮ ਨਹੀਂ ਸੀ ਕੀਤਾ ਜਾਣਾ। ਬਾਪੂ ਸੂਰਤ ਸਿੰਘ ਨੂੰ ਗ੍ਰਿਫਤਾਰ ਕਰਕੇ ਲੁਧਿਆਣੇ DMC ਦਾਖਲ ਨਹੀਂ ਸੀ ਕਰਾਇਆ ਜਾਣਾ। ਇਹ ਸੱਚਾਈ ਆ। ਅੱਜ ਬਾਪੂ ਸੂਰਤ ਸਿੰਘ ਸਿੰਘਾਂ ਦੀਆਂ ਹਰਿਆਈਆਂ ਕਰਦਾ ਕਰਦਾ ਉਹ ਆਪ ਇੱਕ ਕਰੁੰਗ ਬਣ ਗਿਆ ਵਾ, ਉਹ ਇੱਕ ਜਿਉਂਦੀ ਲਾਸ਼ ਆ, ਇਹ ਸਾਰਿਆਂ ਨੂੰ ਪਤਾ। ਦੂਸਰੀ ਗੱਲ, ਇਹ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਅਜਲਾਸ ਬੁਲਾਇਆ ਸਿੰਘਾਂ ਦੀਆਂ ਹਰਿਆਈਆਂ ਲਈ, ਬਹੁਤ ਚੰਗੀ ਗੱਲ ਆ। ਦੇਰ ਆਏ ਦੁਰਸਤ ਆਏ। ਪਰ ਇਹਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ, ਰਾਜਨੀਤੀ ਦੀ ਸਮੈਲ ਨਹੀਂ ਆਉਣੀ ਚਾਹੀਦੀ, ਕਿਉਂਕਿ ਅਸੀਂ ਸਾਰਿਆਂ ਨੇ, ਮੇਰਾ ਵੀਰ ਸਰਦਾਰ ਕਰਨੈਲ ਸਿੰਘ ਪੀਰ ਮਹੰਦ ਡਿਬੇਟ 'ਚ ਨੇ, ਅਸੀਂ ਸਾਰਿਆਂ ਨੇ ਸੰਘਰਸ਼ ਕੀਤੇ ਆ, ਸਾਰਿਆਂ ਨੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਆਪਾਂ ਜਿਹੜੀਆਂ ਨੇ ਵੇਖੀਆਂ ਨੇ ਕਿਹੜੇ ਭਾਅ ਵਿਕਦੀ ਆ। ਬਾਹਰ ਬਹਿ ਕੇ ਗੱਲ ਹੋਰ ਕਰਨ ਦੀ ਆ, ਜੇਲ੍ਹ ਦਾ ਉਹਨੂੰ ਹੀ ਪਤਾ ਜਿਹਨੇ ਜੇਲ੍ਹ ਕੱਟੀ ਆ। ਅਸੀਂ ਚਾਹੁੰਦੇ ਆ ਕਿ ਉਹ ਦਿਨ ਜਲਦੀ ਆਵੇ ਜਦੋਂ ਸਾਡੇ ਭਰਾ ਸਾਡੇ ਵਿੱਚ ਹੋਣ। ਬਹੁਤ ਔਖਾ ਲੰਮਾ ਸਮਾਂ ਜੀ, ਜਿਵੇਂ ਮੇਰੇ ਵੀਰ ਪੀਰ ਮੁਹੰਮਦ ਨੇ ਕਿਹਾ ਕਿ ਘਰਦਿਆਂ ਤੋਂ ਬਗੈਰ ਕੋਈ ਨਹੀਂ ਪੁੱਛਦਾ। ਮੈਂ ਸੋਸ਼ਲ ਮੀਡੀਆ ਤੇ ਵੇਖ ਰਿਹਾ ਸੀ ਕਿ ਭਾਈ ਸ਼ਮਸ਼ੇਰ ਸਿੰਘ 1 ਮਹੀਨੇ ਲਈ ਪਰੌਲ ਤੇ ਆਏ। ਮੇਰਾ ਖਿਆਲ ਹੈ ਕਿ 20 ਦਿਨ ਉਹਨਾਂ ਆਟੋ ਜਿਹੜਾ ਵਾ ਚਲਾ ਕੇ ਆਪਣੀ ਬਿਰਧ ਮਾਤਾ ਦਾ ਇਲਾਜ ਲਈ 20 ਦਿਨ ਆਟੋ ਹੀ ਚਲਾਉਂਦੇ ਰਹੇ, ਕਿਸੇ ਨੇ ਉਹਦੀ ਬਾਂਹ ਨਹੀਂ ਫੜੀ। ਸੋ ਇਹ ਗੱਲ, ਮੇਰੀ ਬੇਨਤੀ ਇਹ ਆ ਵੀ ਭਰਾ ਸਾਡੇ ਜਿਹੜੇ ਆ ਰਿਹਾ ਹੋਣੇ ਚਾਹੀਦੇ ਆ। ਪਰ ਜਦੋਂ ਆਪਾਂ ਸਤਾ ਤੋਂ ਬਾਹਰ ਹੋ ਜਾਂਦੇ ਆ, ਅੱਜ ਸਾਨੂੰ ਰਿਹਾਈਆਂ ਦਾ ਚੇਤਾ ਕਿਉਂ ਆਇਆ ਵਾ, ਬੰਦੀ ਸਿੰਘਾਂ ਦਾ ਚੇਤਾ ਕਿਉਂ ਆਇਆ ਵਾ? ਬੰਦੀ ਸਿੰਘ 1998 ਚ ਰਿਹਾ ਹੋ ਸਕਦੇ ਸੀ ਸਿੱਧੂ ਸਾਹਿਬ, ਜਦੋਂ ਸੁਖਬੀਰ ਸਿੰਘ ਬਾਦਲ ਨੇ ਸਹੁੰ ਚੁੱਕੀ ਨਾ ਵਜ਼ੀਰੀ ਦੀ। ਜੇ ਸਰਦਾਰ ਬਾਦਲ ਉਸ ਵੇਲੇ ਕੰਡੀਸ਼ਨ ਰੱਖ ਜਾਂਦਾ ਭਾਜਪਾ ਸਰਕਾਰ ਦੇ ਅੱਗੇ, NDA ਸਰਕਾਰ ਦੇ ਅੱਗੇ, ਕਿ ਪਹਿਲਾਂ ਬੰਦੀ ਸਿੰਘ ਰਿਹਾ ਕਰਾਓ, ਬਾਅਦ ਚ ਅਸੀਂ ਤੁਹਾਡੇ ਨਾਲ ਜਿਹੜਾ ਵਾ ਗੱਠਜੋੜ ਕਰਾਂਗੇ, ਅਨਕੰਡੀਸ਼ਨਲੀ ਜਿਹੜੀ ਸਪੋਰਟ ਦਿੱਤੀ। ਜੀ ਪੰਜਾਬ ਭਵਨ ਦਿੱਲੀ ਦੇ ਵਿੱਚ ਕਿਹਾ ਵੀ ਆਪਾਂ ਸ਼ਰਤਾਂ ਨਾਲ ਸਪੋਰਟ ਦੇਣੀ ਆ, ਕਿ ਬਾਦਲ ਸਾਹਿਬ ਉੱਥੋਂ ਉੱਠ ਕੇ ਮੁੜ ਕੇ ਜਿਹੜਾ ਵਾ ਚੋਰੀ 2-3 ਮੈਂਬਰ ਲੈ ਕੇ ਆਪਣੇ ਪਰਿਵਾਰ ਦੇ ਤੇ ਅਨਕੰਡੀਸ਼ਨਲੀ ਸਪੋਰਟ ਜਿਹੜੀ ਆ ਵਾਜਪਾਈ ਸਾਹਿਬ ਨੂੰ ਦੇ ਆਏ। ਜੀ ਪਮਾ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਬਿਲਕੁਲ, ਵਜ਼ੀਰੀ ਤੋਂ ਪਹਿਲਾਂ ਕੰਡੀਸ਼ਨ ਲਾ ਦਿੰਦੇ ਕਿ ਨਹੀਂ, ਪਹਿਲਾਂ ਸਾਡੇ ਬੰਦੀ ਸਿੰਘ ਰਿਹਾਓ, ਤੇ ਸਾਡੇ ਬੰਦੀ ਸਿੰਘ 1998 ਚ ਰਿਹਾ ਹੁੰਦੇ ਸੀ। ਮਿਹਰਬਾਨੀ, ਤੁਹਾਡੀ ਗੱਲ ਆ ਗਈ। ਸਾਹ ਗੁਰਤੇਜ ਸਿੰਘ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਸਾਹ ਗੁਰਤੇਜ ਸਿੰਘ ਜੀ, ਜਿੱਦਾਂ ਆਪਾਂ ਜ਼ਿਕਰ ਕਰ ਰਹੇ ਹਾਂ, ਦੇਖੋ ਸਿੱਖ ਸੰਘਰਸ਼ ਜਿਸ ਦੀ ਵੀ ਆਪਾਂ ਜ਼ਿਕਰ ਕਰੀਏ, ਜਿਸ ਵੀ ਲਹਿਰ ਦਾ ਜ਼ਿਕਰ ਕਰੀਏ,
ਤੁਸੀਂ ਸਾਰੇ ਉਹਨਾਂ ਸੰਘਰਸ਼ਾਂ ਨੂੰ, ਲਹਿਰਾਂ ਨੂੰ ਬੜਾ ਨਜ਼ਦੀਕ ਤੋਂ ਦੇਖਿਆ। ਹੁਣ ਆਪਾਂ ਗੱਲ ਕਰ ਰਹੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ। ਦੇਖੋ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਜਾਂ ਅਪਰੋਚ ਹੈਗੀ ਹੈ, ਪਰ ਮੁੱਦਾ ਤਾਂ ਵੱਡਾ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਇਦਾਂ ਦੇ ਸੈਂਟੀਮੈਂਟਸ ਹੋਣ ਦੇ ਬਾਵਜੂਦ ਵੀ, ਜਿਹੜੀ ਗੱਲ ਭੋਮਾ ਜੀ ਨੇ ਕੀਤੀ ਹੈ ਕਿ 98 'ਚ ਰਿਹਾ ਹੋ ਸਕਦੇ ਸੀ ਤੇ ਹੁਣ 22 ਵੀ ਖਤਮ ਹੋਣ ਜਾਣ ਲੱਗਿਆ ਅੱਗੇ, ਤਾਂ ਕਿਉਂ ਇਹ ਸਥਿਤੀ ਬਣੀ ਵੀ ਹੈ? ਮੈਂ ਇਸ ਦੇ ਵਿੱਚ ਜੋ ਭੋਮਾ ਸਾਹਿਬ ਨੇ ਗੱਲਾਂ ਕੀਤੀਆਂ ਮੈਂ ਉਹਨਾਂ ਨਾਲ ਸਹਿਮਤ ਹਾਂ। ਜਦੋਂ ਸਾਡੇ ਆਪਣੇ ਬੰਦੇ ਉਹਨਾਂ ਨੂੰ ਛਡਾਉਣ ਵਾਸਤੇ ਤਿਆਰ ਨਹੀਂ ਸਨ ਤਾਂ ਲੋਕਾਂ ਨੂੰ ਛੱਡਣ ਦੀ ਕਿਹੜੀ ਲੋੜ ਸੀ? ਸਿਰਫ ਇੱਕ ਗੱਲ ਇਹਨਾਂ ਦੀ ਗਲਤ ਹੈ, ਜਿਹੜੀ ਇਹ ਕਹਿੰਦੇ ਨੇ ਕਿ ਜੀ 2001 ਦੇ ਵਿੱਚ ਅਡਵਾਨੀ ਕਹਿੰਦਾ ਸੀ ਕਿ ਮੈਂ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ। ਉਸਨੇ ਬਿਲਕੁਲ ਇਸ ਤਰ੍ਹਾਂ ਨਹੀਂ ਸੀ ਕਿਹਾ। ਉਸਨੇ ਕਿਹਾ ਸੀ ਮੈਂ ਕਸ਼ਮੀਰ ਦੇ ਜਿਹੜੇ ਬੰਦੀ ਹਨ ਉਹਨਾਂ ਨੂੰ ਰਿਹਾ ਕਰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦੀਆਂ ਦੂਸਰੇ ਪ੍ਰਦੇਸ਼ਾਂ ਦੇ ਆਣਗੇ ਉਹਨਾਂ ਨੂੰ ਰਿਹਾ ਕਰਦੇ ਆ। ਤਾਂ ਉਸ ਦੇ ਵਿੱਚ ਕਿਸੇ ਨੇ ਪੁੱਛਿਆ ਸੀ ਸਵਾਲ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਭਾਈ ਜਿਹੜੇ ਪੰਜਾਬ ਦੇ ਹਨ ਇਹਨਾਂ ਦੇ ਬਾਰੇ ਕੀ ਵਿਚਾਰ ਹੈ ਜੀ? ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਅਸੀਂ ਨਹੀਂ ਰਿਹਾ ਕਰਦੇ, ਯਾਨੀ ਉਹ ਕੈਟੇਗੋਰੀਕਲੀ ਉਹਨਾਂ ਨੇ ਡਿਨਾਈ ਕੀਤਾ ਸੀਗਾ। ਦੂਸਰੀ ਗੱਲ ਜਿਹੜੀ ਬੀਜੇਪੀ ਕਹਿੰਦੇ ਨੇ ਕਿ ਜੀ ਅਸੀਂ ਬੜੇ ਸਵੇਰ ਦਾ, ਇਹ ਤਾਂ 1 ਘੰਟੇ ਦਾ ਕੰਮ ਵੀ ਨਹੀਂ। ਜੇ ਉਹਨਾਂ ਨੇ ਕਰਨਾ ਹੋਵੇ ਤਾਂ ਐਡੀ ਵੱਡੀ ਮਸਲਾ ਬਣਿਆ ਹੋਇਆ ਕੌਮ ਵਾਸਤੇ, ਔਰ ਇੰਨੇ ਲੋਕ ਨਿਰਦੋਸ਼ ਇਸ ਵਾਸਤੇ ਕਹਿਣਾ ਕਿ ਪਹਿਲਾਂ ਤਾਂ ਉਹਨਾਂ ਦੇ ਕੋਈ ਦੋਸ਼ ਸਾਬਤ ਨਹੀਂ ਹੋਇਆ। ਅੱਜ ਤੱਕ ਵੀ ਸੁਪਰੀਮ ਕੋਰਟ ਨੇ ਕੋਈ ਦੋਸ਼ ਜਗਤਾਰ ਸਿੰਘ ਹਵਾਰਾ ਦੇ ਉੱਤੇ ਆਇਦ ਨਹੀਂ ਕੀਤਾ ਔਰ ਉਹਨਾਂ ਨੂੰ ਪਨਿਸ਼ ਨਹੀਂ ਕੀਤਾ। ਜਿਸ ਵੇਲੇ ਉਹ ਕਤਲ ਹੋਇਆ ਇਸ ਆਦਮੀ ਦਾ, ਬੇਅੰਤ ਸਿੰਘ ਦਾ, ਉਸ ਵੇਲੇ ਉਹ ਉਸ ਸੜਕ ਦੇ ਉੱਤੇ ਨਹੀਂ ਸੀ, ਉੱਥੋਂ ਮੀਲਾਂ ਦੂਰ ਸੀ, ਸੈਂਕੜੇ ਮੀਲ ਦੂਰ ਸੀ। ਤੇ ਬਾਰ-ਬਾਰ ਤੁਸੀਂ ਉਸ ਦੇ ਉੱਤੇ ਇੱਕ ਹੋਰ ਮੁਕੱਦਮਾ ਬਣਾ ਦਿੰਦੇ ਹੋ, ਫਿਰ ਹੋਰ ਬਣਾ ਦਿੰਦੇ ਹੋ। ਹੁਣ ਜਿੰਨੇ ਸਾਰੇ ਮੁਕੱਦਮੇ ਹਨ ਉਹ ਚੱਲ ਰਹੇ ਨੇ ਪੰਜਾਬ ਦੇ ਵਿੱਚ, ਲੇਕਿਨ ਉਸ ਨੂੰ ਦਿੱਲੀ ਦੇ ਵਿੱਚ ਰੱਖਿਆ ਹੋਇਆ ਹੈ। ਪਿਛਲੀ ਵਾਰੀ ਜਦੋਂ ਇਹ ਮਸਲਾ ਆਇਆ ਸੀਗਾ ਉਦੋਂ ਬਾਦਲ ਦੀ ਸਰਕਾਰ ਸੀ, ਇਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਭੇਜ ਦਈਏ ਤਾਂ ਇਹਨਾਂ ਨੇ ਕਿਹਾ ਕਿ ਨਹੀਂ, ਇਸ ਦਾ ਗਦਰ ਮਚ ਜਾਏਗਾ ਜੇ ਆ ਗਿਆ ਤਾਂ। ਹੁਣ ਇਹੋ ਜਿਹੇ ਰਵੱਈਏ ਦੇ ਨਾਲ ਲੋਕਾਂ ਨੂੰ ਅਸੀਂ ਦੂਸਰਿਆਂ ਨੂੰ ਕਿਵੇਂ ਕਨਵਿੰਸ ਕਰੀਏ? ਬਾਕੀ ਜਿਹੜੀ ਭਾਜਪਾ ਦੀ ਸਵੈਰਤਾ ਦੀ ਗੱਲ ਹੈ, ਇਹਨਾਂ ਦੇ ਜਿਹੜੇ ਇਸ ਵੇਲੇ ਹਨਗੇ ਆਪਣੇ ਨਾਲ ਨੁਮਾਇੰਦੇ ਆਏ ਨੇ, ਇਹਨਾਂ ਨੇ ਬੜੇ ਅੱਛੇ ਵਚਨ ਕਹੇ ਔਰ ਮੈਂ ਇਹਨਾਂ ਦੀ ਕਦਰ ਕਰਦਾ। ਲੇਕਿਨ ਭਾਜਪਾ ਦਾ ਸ਼ੁਰੂ ਤੋਂ ਰਵੱਈਆ ਸਿੱਖਾਂ ਦੇ ਬਰਖਲਾਫ ਰਿਹਾ ਹੈ। ਪੰਜਾਬੀ ਸੂਬੇ ਦਾ ਮੋਰਚਾ ਲੈ ਲਓ, ਕੋਈ ਵੀ ਲੈਂਗੁਏਜ ਦੀ ਗੱਲ ਕਰ ਲਓ, ਕੋਈ ਕਿੰਨੇ ਗੁਰਦੁਆਰੇ ਸਾਡੇ ਢਹਿ ਚੁੱਕੇ ਨੇ, ਇਹਨਾਂ ਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹਨ। ਉਸ ਤੋਂ ਇਲਾਵਾ ਜਿਹੜੇ ਜਿਸ ਵੇਲੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਤਾਂ ਉਸ ਦੇ ਬਾਰੇ ਇਹਨਾਂ ਦਾ ਕੀ ਰਵੱਈਆ ਸੀ ਆਪਾਂ ਸਾਰੇ ਜਾਣਦੇ ਹਾਂ। ਔਰ ਜੋ ਕੁਛ ਇਹਨਾਂ ਦੇ RSS ਵਾਲਿਆਂ ਨੇ ਵੀ ਜੋ ਉਸ ਵੇਲੇ ਨੀਤੀ ਵੇਤਾ ਸੀਗੇ, ਉਹਨਾਂ ਨੇ ਕੀ ਪੱਤਰ ਜਾਰੀ ਕੀਤੇ ਸਨ, ਉਹ ਵੀ ਆਪਾਂ ਵੇਖੇ ਵੀ ਹੈ, ਛਾਪੇ ਵੀ ਹਨ। ਸੋ ਇਹ ਗੱਲਾਂ ਨਹੀਂ ਹਨ। ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੇ ਆਪ ਜਿਹੜੇ ਸਿੱਖ ਹਨਗੇ ਇਹਨਾਂ ਨੂੰ ਇਹ ਆਪਣੇ ਆਪ ਇਕੱਠੇ ਹੋ ਕੇ ਇੱਕ ਆਵਾਜ਼ ਦੇ ਵਿੱਚ ਕਹਿਣਗੇ ਤਾਂ ਕੋਈ ਤਾਕਤ ਉਹਨਾਂ ਨੂੰ ਅੰਦਰ ਨਹੀਂ ਸਕਦੀ। ਅਸੀਂ ਕਿਸੇ ਵੀ ਇੰਟਰਨੈਸ਼ਨਲ ਫੋਰਮ ਦੇ ਉੱਤੇ ਇਹ ਗੱਲਾਂ ਨਹੀਂ ਚੁੱਕੀਆਂ, ਇੰਡੀਵਿਜੂਅਲਸ ਨੇ ਕੀਤੀਆਂ, ਲੇਕਿਨ ਕੌਮ ਦੀ ਤਰਫ ਤੋਂ ਇਹ ਮਸਲਾ ਨਹੀਂ ਉਠਾਇਆ ਗਿਆ। ਔਰ ਕੁੱਲ ਮਿਲਾ ਕੇ ਦੇਖੀਏ ਤਾਂ ਸਾਰੇ ਬਹੁਤਾ ਸਾਰਾ ਇਹ ਜਿਹੜਾ ਐਫਰਟ ਨਹੀਂ ਹੋਇਆ ਹੁਣ ਤੱਕ, ਉਸ ਦੇ ਵਾਸਤੇ ਅਸੀਂ ਆਪ ਜ਼ਿੰਮੇਵਾਰ ਹਾਂ। ਬਿਲਕੁਲ ਵੱਡੇ ਸਵਾਲ ਹੈ ਗੁਰਤੇਜ ਜੀ, ਵੱਡੇ ਸਵਾਲ ਹੈ ਜਿਨ੍ਹਾਂ ਮੁੱਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ। ਆਪਾਂ ਆਉਂਦੇ ਇਹਨਾਂ ਮੁੱਦਿਆਂ ਤੇ ਆਪਾਂ ਸਵਾਲ ਲੈਂਦੇ ਹਾਂ, ਅਕਾਲੀ ਦਲ ਦੇ ਬੁਲਾਰੇ ਤੋਂ ਵੀ ਲਵਾਂਗੇ। ਪਹਿਲਾਂ ਗੋਸ਼ਾ ਜੀ ਤੁਹਾਡੇ ਕੋਲੋਂ, ਜਿਸ ਤਰੀਕੇ ਨਾਲ ਅਕਾਲੀ ਦਲ ਦੇ ਬੁਲਾਰੇ ਨੇ ਵੀ ਕਿਹਾ ਕਿ ਜੋ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਘੱਟ ਗਿਣਤੀਆਂ ਕਿਉਂ ਅਸੁਰੱਖਿਅਤ ਹੈ, ਔਰ ਜਿੱਦਾਂ ਗੁਰਤੇਜ ਜੀ ਨੇ ਕਿਹਾ ਵੀ 1 ਘੰਟੇ ਦੇ ਵਿੱਚ ਹੀ ਜਿਹੜਾ ਹੈਗਾ ਰਿਹਾ ਕੀਤੇ ਜਾ ਸਕਦੇ, ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ, ਇੱਦਾਂ ਦੀ ਮਾਨਸਿਕਤਾ ਜਿਹੜੀ ਹੈਗੀ ਹੈ, ਕਿਤੇ ਲੱਗਦਾ ਹੈ ਕਿ ਸਰਕਾਰਾਂ ਦੀ ਅਸੰਵੇਦਨਸ਼ੀਲਤਾ ਨਜ਼ਰ ਆਉਂਦੀ ਹੈ। ਵੱਡੇ ਅਹੁਦੇ ਤੇ IAS ਤੋਂ ਰਿਟਾਇਰ ਹੋਏ ਆ, ਬੜੇ ਵੱਡੇ ਅਹੁਦੇ ਤੇ ਰਹੇ ਆ, ਇਹਨਾਂ ਨੂੰ ਜੁਡੀਸ਼ਲੀ ਮੇਰੇ ਖਿਆਲ ਨਾਲ ਕਾਫੀ ਸਮਝ ਗਈ ਹੈ। ਸਾਹਿਬ ਨੇ ਵੀ ਬੜੇ ਤਨ ਤੇ ਚੀਜ਼ਾਂ ਢਾਈਆਂ, ਸਾਰੇ ਕਰਨੈਲ ਸਿੰਘ ਪੀਰ ਮੁਹੰਮਦ ਹੈ, ਉਹ ਵੀ ਆਪਣੇ ਵਿਚਾਰ ਹੁੰਦੇ ਆ, ਹਰ ਬੰਦੇ ਨੇ ਆਪਣੇ ਵਿਚਾਰ ਰੱਖਣ ਦੇ ਹੱਕ ਹੈਗੇ ਆ। ਪਰ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਗੱਲਾਂ ਦੱਸ ਦਿੰਦਾ। ਜ਼ਖਮ ਕਿੰਨੇ ਦਿੱਤੇ? ਕਾਂਗਰਸ ਨੇ ਜ਼ਖਮ ਦਿੱਤੇ। ਠੀਕ ਹੈ, ਸਾਡੀਆਂ ਆਪਣੀਆਂ ਕਮਜ਼ੋਰੀਆਂ ਸੀਗੀਆਂ ਪੰਥ ਦੀਆਂ, ਪੰਥ ਦੇ ਲੋਕ ਵੀ ਕਈ ਵਿੱਚ ਰਲੇ ਹੋਏ ਸੀਗੇ, ਪਰ ਹਮੇਸ਼ਾ ਜ਼ਖਮ ਕਾਂਗਰਸ ਨੇ ਦਿੱਤੇ ਹੈ।
ਹੁਣ ਇਹਨਾਂ ਨੇ ਭਾਜਪਾ ਤੇ ਇਲਜ਼ਾਮ ਲਾਤੇ ਵੀ ਸਿੱਖਾਂ ਵਾਸਤੇ ਸਰਹੱਦ ਨਹੀਂ ਹੈਗੇ। ਮੈਂ ਤਾਂ ਹੈਰਾਨ ਹੁੰਨਾ, ਜਿਹੜੇ ਭਾਜਪਾ ਨੇ ਜਿਹੜੇ ਕੰਮ ਕੀਤੇ ਆਪਣੇ ਮੂੰਹ ਤੋਂ ਕਦੀ ਤਾਰੀਫ ਕਿਉਂ ਨਹੀਂ ਨਿਕਲਦੀ? ਆਪਣੀ ਮਾਨਸਿਕਤਾ ਕਿਉਂ ਨਹੀਂ ਬਾਰ-ਬਾਰ? ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਭਾਜਪਾ ਨੇ ਖੋਲਿਆ, ਜੇ ਕਾਲੀ ਸੂਚੀ ਖਤਮ ਕੀਤੀ ਭਾਜਪਾ ਨੇ ਕੀਤੀ, 83 ਦੇ ਕਾਤਲਾਂ ਨੂੰ ਅੰਦਰ ਡੱਕਿਆ ਉਹ ਭਾਜਪਾ ਨੇ ਸੱਜਣ ਕੁਮਾਰ ਵਰਗਿਆਂ ਨੂੰ ਅੰਦਰ ਸਿੱਟਿਆ, ਜੇ ਇਸ ਦਾ ਬਾਲ ਦਿਵਸ ਮਨਾਇਆ, ਦਿਨ ਮਨਾਇਆ, ਜਿਹੜਾ ਉੜੀਸਾ ਦਾ ਬੱਚਾ ਵੀ ਪੜ੍ਹੇਗਾ, ਸਾਰੇ ਦੇਸ਼ ਦੇ ਵਿੱਚ ਬੱਚਾ ਪੜ੍ਹਾਈ ਕਰੇਗਾ, ਉਹ ਕੰਮ ਸੀਗਾ। ਜੇ ਗੁਰੂ ਤੇਗ ਬਹਾਦਰ ਜੀ ਦਾ ਦਿਨ ਲਾਲ ਕਿਲੇ ਦੇ ਅੰਦਰ ਮਨਾਇਆ, ਬੜਾ ਵੱਡੇ ਭਵਯ ਸਮਾਰੋਹ ਕੀਤਾ, ਤੇ ਉਹ ਭਾਜਪਾ ਨੇ ਕੀਤਾ। ਜੇ ਲੰਗਰ ਤੇ GST ਖਤਮ ਕੀਤਾ ਤੇ ਭਾਜਪਾ ਨੇ ਕੀਤਾ। ਮਾਨਸਿਕਤਾ ਸਮਝਦੇ ਆ, ਸਿੱਖਾਂ ਦੇ ਪਿਆਰ ਨੂੰ ਸਮਝਦੇ ਆ। ਤੇ ਗੁਜਰਾਤ ਵਿੱਚ 750 ਬਿਸਤਰਿਆਂ ਦਾ ਹਸਪਤਾਲ ਬਣਾਇਆ, ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਦਿੱਤਾ। ਉਹ ਕਿੰਨੇ ਬਣਾਇਆ? ਭਾਜਪਾ ਨੇ ਬਣਾਇਆ। ਦੇਖੋ, ਇਹ ਚੀਜ਼ਾਂ ਨੂੰ ਬਾਰ-ਬਾਰ ਕਹਿਣਾ ਵੀ ਇਹ ਸਿੱਖਾਂ ਦੇ ਮਹਿਤੀ ਨਹੀਂ ਹੈਗੇ, ਇਹਦਾ ਮਤਲਬ ਕਿ ਆਪਾਂ ਨੂੰ ਪਤਾ ਨਹੀਂ। ਹੁਣ ਦੇਖੋ ਯੂਪੀ ਦੇ ਵਿੱਚ ਵਿਰਾਸਤ-ਏ ਖਾਲਸਾ ਬਣ ਰਿਹਾ। ਦੇਖੋ ਸੁਣੋ, ਮੈਂ ਸਿੱਧੂ ਸਾਹਿਬ, ਯੂਪੀ ਦੇ ਵਿੱਚ ਵਿਰਾਸਤ-ਏ ਖਾਲਸਾ ਬਣ ਰਿਹਾ, ਹਰਿਆਣਾ ਦੇ ਵਿੱਚ ਸਾਡੇ ਪੰਥ ਦੀਆਂ ਚੀਜ਼ਾਂ ਕਿਹੜੀਆਂ ਬਣ ਰਹੀਆਂ? ਇਹ ਕਿਉਂ ਕੀਤਾ ਜਾ ਰਿਹਾ? ਸਰਦਾਰ ਜਿਹੜੇ ਮੋਦੀ ਸਾਹਿਬ ਹੈ, ਮੋਦੀ ਸਾਹਿਬ ਦੀ ਭਾਜਪਾ ਦੀ ਇੱਕ ਡੋਲਜੀ ਰਹੀ ਆ ਕਿ ਸਿੱਖਾਂ ਨੇ ਸਾਡੇ ਵਾਸਤੇ, ਦੇਸ਼ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਬਿਲਕੁਲ, ਅਸੀਂ ਤਾਂ ਆਪਣਾ ਕੰਮ ਕਰੀ ਜਾ ਰਹੇ ਹਾਂ। ਤੁਹਾਡਾ ਨਜ਼ਰੀਆ ਬਿਲਕੁਲ ਆਪਣੇ ਜਿਸ ਤਰੀਕੇ ਨਾਲ ਪੀਰ ਮੁਹੰਮਦ ਉਹਨਾਂ ਨੇ ਕਿਹਾ। ਸਿੱਧੂ ਸਾਹਿਬ, ਇੱਕ ਗੱਲ ਕਹਿਣੀ ਚਾਹਨਾ ਵੀ ਮੈਂ ਕਹਿਣਾ ਚਾਹਨਾ, ਹਰ ਕਮਜ਼ੋਰੀ, ਹਰ ਬੱਲੇ ਨੈਗੇਟਿਵਿਟੀ ਕਿਉਂ ਫੜਦੇ ਆ? ਆਪਾਂ ਪੋਜ਼ਿਟਿਵ ਵੀ ਫੜੀਏ ਵੀ ਆਪ ਪੋਜ਼ਿਟਿਵ ਸਿੱਖਾਂ ਦੇ ਵਾਸਤੇ ਇੰਨੇ ਚੰਗੇ ਕੰਮ ਕੀਤੇ, ਤੇ ਨਾਲ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ, ਤੁਹਾਡੇ ਵਿਊ ਪੁਆਇੰਟ ਦੀ ਸ਼ਲਾਘਾ ਕੀਤੀ ਹੈ। ਸਾਗਰ ਤੇਜ ਸਿੰਘ ਨੇ ਤੁਹਾਡੇ ਵਿਊ ਪੁਆਇੰਟ ਦੀ ਸ਼ਲਾਘਾ ਕੀਤੀ ਹੈ। ਨਹੀਂ, ਮੈਂ ਉਹਨਾਂ ਦੇ ਵਿੱਚ ਸ਼ਲਾਘਾ ਕਰਦਾ। ਪਰ ਉਹ ਇਹ ਕਹਿ ਰਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਤੇ ਇੱਕ ਘੰਟੇ 'ਚ ਫੈਸਲਾ ਲਿਆ ਜਾ ਸਕਦਾ। ਹਾਂ, ਮੈਂ ਉਹਦਾ ਹੀ ਜਵਾਬ ਦੇਣ ਲੱਗਾ ਸੀ। ਦੇਖੋ, ਇਹ ਇਹਨਾਂ ਨੂੰ IAS ਰਹੇ, ਬੜੇ ਵੱਡੇ ਅਹੁਦੇ ਤੇ ਰਹੇ ਆ। ਇਹ ਕਹਿਣਾ ਬੜਾ ਸੌਖਾ ਹੁੰਦਾ। ਮੈਨੂੰ ਇੱਕ ਗੱਲ ਇਹ ਦੱਸ ਦੇਣ, ਜਦੋਂ IAS ਸੀਗੇ, ਕੀ ਏਦਾਂ ਦੇ ਆਪਾਂ ਬਿਆਨਬਾਜ਼ੀ ਲੋਕਾਂ ਨੂੰ, ਆਪਾਂ ਵੀ ਜੁਡੀਸ਼ੀਅਲੀ ਲੈਂਦੇ ਆ, ਆਪਾਂ ਵੀ ਕੇਸ ਕਰਦੇ ਆ ਕਿ 1 ਘੰਟੇ 'ਚ ਕਿਸੇ ਨੂੰ ਛੱਡਿਆ ਜਾਂਦਾ? ਇਨਕੁਆਇਰੀ ਦੇ ਨਾਮ ਤੇ ਕਈ ਵਾਰੀ 5-5 ਸਾਲ ਲੰਘ ਜਾਂਦੇ। ਇਹਨਾਂ ਨੂੰ ਵੀ ਪਤਾ, ਛੋਟੇ-ਛੋਟੇ 7-7-52 ਦੇ ਕੇਸ ਮੇਰੇ ਤੇ ਵੀ ਕਈ ਇਹੋ ਜਿਹੇ ਕੇਸ ਹੈਗੇ ਜਿਹੜੇ ਹਾਲ ਤੱਕ ਚੱਲ ਰਹੇ ਆ। ਜਿਹੜਾ ਮੈਂ ਕੇਸ ਦੱਸ ਰਿਹਾ ਹਾਲੇ ਤੱਕ ਚੱਲ ਰਿਹਾ ਪਿਆ। ਦੂਜੀ ਗੱਲ, ਬੜਾ ਕੰਪਲਿਕੇਟਡ ਮਾਮਲਾ ਹੈ ਕੰਪਲਿਕੇਟਡ ਮਾਮਲਾ ਹੈ ਮੇਰਾ, ਕਿਉਂਕਿ ਇਹਨਾਂ ਨੇ ਸਵਾਲ ਲੈਣਗੇ, ਮੈਂ ਤਾਂ ਕਹਿ ਰਿਹਾ ਜਿਸ ਮੁੱਦੇ ਤੁਸੀਂ ਗੱਲ ਕਰ ਰਹੇ ਹੋ। ਬੜਾ ਕੰਪਲਿਕੇਟਡ ਮਾਮਲਾ ਇਸ ਕਰਕੇ ਹੈ ਕਿ ਦੇਖੋ, ਜਿਹੜਾ ਵਿਅਕਤੀ 27 ਸਾਲ 28 ਸਾਲ 30 ਸਾਲ ਜੇਲ੍ਹ 'ਚ ਰਹਿ ਗਿਆ, ਹੁਣ ਉਹਦੇ ਤੇ ਹੋਰ ਕਿੰਨਾ ਉਸ ਨੂੰ ਘਸਾਇਆ ਜਾਏਗਾ? ਕੀ ਉਹਦੇ ਤੇ ਟ੍ਰਾਇਲ ਹੋਏਗਾ? ਇਹ ਤਾਂ ਦੇਖੋ ਨਾ, ਆਪਾਂ ਕਿ ਰਹਿ ਕੀ ਗਿਆ ਉਹਦੇ 'ਚ, ਬੰਦੇ 'ਚ ਕੀ ਰਹਿ ਗਿਆ? ਟ੍ਰਾਇਲ ਦੀ ਗੱਲ ਤਾਂ ਛੱਡੋ ਜੀ। ਬਿਲਕੁਲ ਸਿੱਧੂ ਸਾਹਿਬ, ਅਸੀਂ ਇਸ ਭਾਵਨਾ ਨੂੰ ਸਮਝਦੇ ਹਾਂ। ਅਸੀਂ ਇੱਕ ਰਿਕੁਐਸਟ ਵੀ ਕਰਦੇ ਹਾਂ। ਅਸੀਂ ਦੇਖੋ, ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਰਿਕੁਐਸਟ, ਅਸੀਂ ਤਾਂ ਦੇਖੋ ਗੱਲ ਮੈਨੂੰ ਕਰ ਲੈਂਦਾ ਪੂਰੀ। ਬਾਰ-ਬਾਰ ਅਸੀਂ ਗੱਲ ਕਹਿੰਦੇ ਵੀ ਅਸੀਂ ਸਿੱਖਾਂ ਦੀ ਗੱਲ ਦੱਸੀ ਆ ਵੀ ਸਿੱਖਾਂ ਦੇ ਮਾਮਲੇ 'ਚ ਅਸੀਂ ਸੁਰਹਿਦ ਹਾਂ। ਅਸੀਂ ਚਾਹੁੰਦੇ ਹਾਂ ਕਿ ਮਸਲੇ ਹੱਲ ਹੋਣ। ਇਹਦੇ ਉੱਤੇ ਅਸੀਂ ਬਿਲਕੁਲ ਪੋਜ਼ਿਟਿਵਿਟੀ, ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜੁਡੀਸ਼ਲੀ ਵੀ ਬੇਨਤੀ ਕਰਦਾ, ਸਾਰੇ ਪੰਥ ਨੂੰ ਵੀ ਬੇਨਤੀ ਕਰਦਾ, ਸਾਰੀਆਂ ਸਰਕਾਰਾਂ ਨੂੰ ਵੀ, ਸਟੇਟਾਂ ਨੂੰ ਬੇਨਤੀ ਕਰਦਾ ਕਿ ਇਸ ਪ੍ਰਤੀ ਆਪਾਂ ਸਾਫ਼ ਹੋਈਏ। ਜਦੋਂ ਆਪਾਂ ਨੀਅਤ ਸਾਫ਼ ਹੋਊਗੀ, ਨੀਤੀ ਸਾਫ਼ ਹੋਊਗੀ, ਤੇ ਰਿਜ਼ਲਟ ਵੀ ਸਾਫ਼ ਨਿਕਲਣਗੇ, ਲੋਕ ਬਾਹਰ ਆਣਗੇ। ਦੂਜੀ ਗੱਲ ਮੈਂ ਕਰਨੀ ਚਾਹੁੰਦਾ ਸਿੱਧੂ ਸਾਹਿਬ, ਭੋਮਾ ਸਾਹਿਬ ਦੀ ਗੱਲ ਕਰਨ ਚਾਹੁੰਦਾ। ਇੱਕ ਗੱਲ ਉਹਨਾਂ ਦੀ ਬੜੀ ਵੱਡੀ ਗੱਲ ਹੈ, ਸੁਣਨ ਵਾਲੀ ਗੱਲ ਹੈ ਕਿ ਮੈਂ ਵੀ ਜਾ ਕੇ ਦੇਖਿਆ, ਕਈ ਬੰਦੇ ਰਿਹਾ ਹੁੰਦੇ ਆ, ਕਈ ਬੰਦੇ ਪੀੜਤ ਹੈਗੇ ਆ, 84 ਦੇ ਪੀੜਤ ਹੈਗੇ, ਕਈਆਂ ਨੇ ਪੰਥ ਵਾਸਤੇ, ਸਮਾਜ ਵਾਸਤੇ ਬੜਾ ਵੱਡਾ ਕੁਝ ਕੀਤਾ ਆ। ਪਰ ਉਹਨਾਂ ਦੇ ਘਰ ਜਾ ਕੇ ਦੇਖੋ, ਅੱਜ ਵੀ ਮੰਜੇ ਪਏ ਹੋਏ ਆ। ਉਹਨਾਂ ਦੇ ਘਰ ਅੱਜ ਵੀ 3 ਟਾਈਮ ਦੀ ਰੋਟੀ ਨਹੀਂ ਪੱਕਦੀ। ਕਦੀ ਇਹਦੇ ਬਾਰੇ ਨਹੀਂ ਕਿਸੇ ਨੇ ਸੋਚਿਆ। ਇਹਦੀ ਜ਼ਿੰਮੇਵਾਰੀ ਕਿਹਦੀ ਹੈ? ਜ਼ਿੰਮੇਵਾਰੀ ਜਿਨ੍ਹਾਂ ਨੇ ਪੰਥ ਦਾ ਠੇਕਾ ਲਿਆ ਸੀ, ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀਗੀ। ਪਰ ਆਪਾਂ ਸਾਰੀ ਜ਼ਿੰਮੇਵਾਰੀ ਤੋਂ ਨਾ ਭੱਜੀਏ। ਆਪਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਰਲ ਕੇ ਇਹਦੇ ਉੱਤੇ ਕੰਮ ਕਰੀਏ ਤਾਂ ਜੋ ਇਹਦਾ ਰਿਜ਼ਲਟ ਸਹੀ ਨਿਕਲ ਸਕੇ। ਚਲੋ, ਤੁਹਾਡੀ ਗੱਲ ਆ ਗਈ ਇਸ ਮਾਮਲੇ ਤੇ। ਪੀਰ ਮੁਹੰਮਦ ਜੀ, ਤੁਹਾਡੇ ਤੋਂ ਸਵਾਲ ਜਿਹੜਾ, ਇੱਕ ਤਾਂ ਹਾਈ ਆ ਗੱਲ, ਜਿੱਦਾਂ ਭੋਮਾ ਜੀ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀਆਂ ਸਰਕਾਰਾਂ ਸੀ ਉਸ ਵੇਲੇ ਵੀ ਰਿਹਾਈ ਹੋ ਸਕਦੀ ਸੀ, ਆਪਾਂ ਉਦੋਂ ਕੋਈ ਉਪਰਾਲਾ ਨਹੀਂ ਕੀਤਾ। ਦੂਜਾ, ਜਿਸ ਤਰੀਕੇ ਨਾਲ ਗੋਸ਼ਾ ਜੀ ਨੇ ਵੀ ਕਿਹਾ ਕਿ ਆਪਾਂ ਪੰਥਕ ਤਰ੍ਹਾਂ ਦੀ ਨੁਮਾਇੰਦਗੀ ਦੀ ਗੱਲ ਕਰਦੇ ਹਾਂ, ਤੇ ਇਹੀ ਜਿਨ੍ਹਾਂ ਦੀ ਲੜਾਈ ਲੜ ਰਹੇ ਆ, ਜਿੱਦਾਂ ਭੋਮਾ ਜੀ ਨੇ ਸੁਣਾਇਆ ਕਿ ਆਟੋ ਰਿਕਸ਼ਾ ਚਲਾ ਕੇ ਆਪਣੀ ਮਦਰ ਦੇ ਇਲਾਜ ਲਈ ਕੰਮ ਕਰਦੇ ਰਹੇ ਆ, ਜਾਂ ਦੂਜੇ ਇੱਦਾਂ ਦੀਆਂ ਜਿਹੜੀਆਂ ਮੁਸੀਬਤਾਂ 'ਚ, ਅੜਚਣਾਂ 'ਚ ਉਲਝੇ ਹੋਏ ਆ। ਫਿਰ ਪੰਥਕ ਤਰ੍ਹਾਂ ਦੀ ਜ਼ਿੰਮੇਵਾਰੀ ਕੀ ਹੈ? ਇਹ ਠੀਕ ਹੈ ਕਿ ਰਿਹਾਈ ਦੀ ਆਪਾਂ ਗੱਲ ਕਰਦੇ ਹਾਂ, ਪਰ ਸਵਾਲ ਤਾਂ ਉੱਠਦੇ ਆ ਨਾ ਪੀਰ ਮੁਹੰਮਦ ਜੀ। ਦੇਖੋ, ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿਸ ਮੁੱਦੇ ਨੂੰ ਸਮਝਣ ਤੇ ਵਿਚਾਰਨ ਦੀ ਲੋੜ ਹੈ। ਗੋਸ਼ਾ ਜੀ ਚੰਗੀ ਤਰ੍ਹਾਂ, ਕਿਉਂਕਿ ਤੁਸੀਂ ਦੇਖੋ ਇਸ ਵੇਲੇ ਇੱਕ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ, ਇਹ ਆਪਣੇ ਕੇਂਦਰੀ ਜਿਹੜੇ ਤੁਹਾਡੇ ਲੀਡਰ ਜਦੋਂ ਪੰਜਾਬ ਦਾ ਦੌਰਾ ਕਰਦੇ ਆ, ਉਹਨਾਂ ਨੂੰ ਇੱਥੋਂ ਦੀ ਸਥਿਤੀ ਦੱਸੋ। ਇਹ ਜਿਹੜੇ ਬੰਦੀ ਸਿੰਘ ਜੇਲ੍ਹਾਂ ਵਿੱਚ ਗਏ ਕਿਉਂ? ਇੱਕ ਸੰਘਰਸ਼ ਸੀ, ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਲੜਿਆ ਗਿਆ ਧਰਮ ਯੁੱਧ ਮੋਰਚੇ ਦੇ ਨਾਮ ਤੇ, ਔਰ ਉਹਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਸਭ ਤੋਂ ਵੱਡਾ ਮਸਲਾ ਸੀ। ਕੱਲ ਜਦੋਂ ਸ਼ਖਾਵਤ ਸਾਹਿਬ ਇੱਥੇ ਆਏ ਨੇ, ਉਹਨਾਂ ਨੇ ਸਭ ਤੋਂ ਜਿਹੜਾ ਮਾੜਾ ਬਿਆਨ ਉਹਨਾਂ ਨੇ ਇਹ ਦਿੱਤਾ ਹੈ ਕਿ ਇਹ ਜਿਹੜਾ ਆਪਣਾ ਭਾਖੜਾ ਮੈਨੇਜਮੈਂਟ ਬੋਰਡ ਹੈ, ਇਹਦੇ ਉੱਤੇ ਹਰਿਆਣੇ ਦਾ ਵੀ, ਹਿਮਾਚਲ ਦਾ ਵੀ
ਔਰ ਦੂਸਰੀਆਂ ਸਟੇਟਾਂ ਦਾ ਵੀ ਪੰਜਾਬ ਜਿੰਨਾ ਹੀ ਹੱਕ ਹੈ। ਤੁਸੀਂ ਦੇਖੋ ਇੱਕ ਪਾਸੇ ਤਾਂ ਬੰਦੀ ਸਿੰਘਾਂ ਦੀ ਅਸੀਂ ਰਿਹਾਈ ਦੀ ਗੱਲ ਕਰ ਰਹੇ ਹਾਂ, ਉਹ ਬੰਦੀ ਸਿੰਘ ਬਣੇ ਕਿਉਂ? ਉਹ ਬਣੇ ਹੀ ਇਸੇ ਕਰਕੇ ਸਨ, ਉਹਨਾਂ ਨੂੰ ਜੇਲ੍ਹਾਂ ਵਿੱਚ ਜਾਣਾ ਹੀ ਇਸੇ ਕਰਕੇ ਪਿਆ ਕਿਉਂਕਿ ਸਾਡੀਆਂ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਇੱਕ ਸੰਘਰਸ਼ ਲੜਿਆ ਗਿਆ ਔਰ ਉਸ ਸੰਘਰਸ਼ ਦੇ ਵਿੱਚ ਲੀਡਰਸ਼ਿਪ ਦੀ ਕਮਜ਼ੋਰੀ ਰਹੀ ਹੈ। ਖੁੱਲੇ ਮਨ ਨਾਲ ਇਸ ਗੱਲ ਨੂੰ ਸਵੀਕਾਰ ਕਰਨਾ ਚਾਹੀਦਾ। ਕੱਲੀ ਕਾਲੀ ਲੀਡਰਸ਼ਿਪ ਦੀ ਨਹੀਂ ਗੱਲ, ਪੰਜਾਬ ਦੀ ਜਿਹੜੀ ਬਾਡੀ ਅੱਜ ਵੀ ਭਾਜਪਾ ਦੀ ਹੈ, ਉਹਨੂੰ ਇੱਕ ਗੱਲ ਸਮਝਣਾ ਚਾਹੀਦਾ, ਜਦੋਂ ਤੁਸੀਂ ਪੰਜਾਬ ਦੀ ਰਾਜਨੀਤੀ ਕਰ ਰਹੇ ਹੋ ਤਾਂ ਤੁਹਾਨੂੰ ਸਟੇਟ ਦੇ ਅਧਿਕਾਰਾਂ ਵੱਲ ਪਹਿਲਾਂ ਧਿਆਨ ਦੇਣਾ ਪਵੇਗਾ, ਬਾਕੀ ਗੱਲਾਂ ਬਾਅਦ ਦੇ ਵਿੱਚ ਨੇ। ਆਪਾਂ ਜਵਾਬ ਲੈ ਲੈਣੇ ਦੂਸਰੀ ਗੱਲ ਇਹ ਆ, ਆਪਾਂ ਜਵਾਬ ਲੈਣੇ ਜੀ। ਪੀਰ ਮਾਮ ਜੀ, ਮੈਂ ਬਿਲਕੁਲ ਤੁਹਾਡੇ ਕੋਲ ਹੀ ਲੈ ਕੇ ਆਉਣਾ ਸਵਾਲ ਜਿਹੜਾ ਹੈਗਾ। ਗੁੱਸਾ ਜੀ ਕੀ ਕਹੋਗੇ ਇਸ ਮੁੱਦੇ ਤੇ? ਕਹਿੰਦੇ ਪੰਜਾਬ ਬਾਰੇ ਜਿੱਦਾਂ ਦੀ ਪਾਲਿਸੀ ਹੈ, ਸ਼ਿਖਾਵਤ ਦੀ ਉਹ ਗੱਲ ਕਰਦੇ ਆਏ ਤੇ ਜਿਸ ਤਰ੍ਹਾਂ ਦੀ ਉਹਨਾਂ ਨੇ ਬਿਆਨਬਾਜ਼ੀ ਦੀ, ਉਹ ਕਹਿੰਦੇ ਬਿਆਨਬਾਜ਼ੀ ਪੰਜਾਬ ਦੇ ਹਿੱਤਾਂ ਦੇ ਖਿਲਾਫ। ਸਿੱਧੂ ਸਾਹਿਬ, ਮੈਂ ਤਾਂ ਬਾਰ-ਬਾਰ ਕਹਿ ਚੁੱਕਾ, ਜਦੋਂ ਅਸੀਂ ਪੀਰ ਮੁਹੰਮਦ ਜੀ ਕੋਲ ਕੋਈ ਗਲਤ ਦਾ ਪੁੱਛਿਆ ਵੀ ਆਪਾਂ ਕੀ ਉਹਨਾਂ ਪਰਿਵਾਰਾਂ ਨੂੰ ਜਾ ਕੇ ਪੁੱਛਿਆ, ਉਹ ਸਵਾਲ ਨੂੰ ਚੇਂਜ ਕਰਕੇ ਜਦੋਂ ਪਾਣੀਆਂ ਦਾ ਮੁੱਦਾ ਆਊਗਾ ਮੈਂ ਪਾਣੀਆਂ ਦੇ ਤੇ ਮੁੱਦੇ ਤੇ ਸਾਰੀ ਗੱਲ ਬਿਲਕੁਲ ਬੇਬਾਕੀ ਨਾਲ ਜਵਾਬ ਦੇਣਾ। ਤੁਹਾਨੂੰ ਸਿੱਧੂ ਸਾਹਿਬ ਪਤਾ ਮੈਂ ਕਿਸੇ ਗੱਲ ਤੇ ਨਹੀਂ ਰੁਕਦਾ, ਹਰ ਗੱਲ ਨਾਲ ਬੇਬਾਕੀ ਨਾਲ ਜਵਾਬ ਦੇਣਾ। ਹੁਣ ਗੱਲ ਤਾਂ ਇਹ ਸੀ ਵੀ ਕੀ ਆਪਾਂ ਬੰਦੀ ਸਿੰਘ ਛੁਡਾ ਲਏ, ਹਰ ਚੀਜ਼ ਛੁਡਾਏ, ਜਿਹੜੇ ਛੁੱਟ ਗਏ, ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪੁੱਛਿਆ? ਕਦੀ 84 ਦੇ ਜਿਹੜੇ ਪੀੜਤ ਹੈ, ਕਦੀ ਉਹਨਾਂ ਦੇ ਘਰ 'ਚ ਜਾ ਕੇ ਪੁੱਛਿਆ ਵੀ 3 ਟਾਈਮ ਦਾ ਕੋਈ ਰੋਟੀ ਮਿਲਦੀ ਹੈ? ਇਹਦੀ ਜ਼ਿੰਮੇਵਾਰੀ ਤਾਂ ਪ੍ਰਸ਼ਾਸਨਿਕ ਕਮੇਟੀ ਦੀ ਬਣਦੀ ਹੈ, ਉਹਦੇ ਬਾਰੇ ਆਪਾਂ ਕਦੀ ਵਿਚਾਰ ਨਹੀਂ ਕੀਤਾ। ਜਿਹੜੀ ਗੱਲ ਰਹਿ ਗਈ ਇਹਨਾਂ ਦਾ ਜਵਾਬ ਜਦੋਂ ਡਿਬੇਟ ਹੋਗੀ ਨਾ ਪਾਣੀਆਂ ਦੀ, ਮੈਂ ਦੱਸੂਗਾ ਕਿੱਥੇ ਕਿੱਥੇ ਆਪਣੀਆਂ ਗਲਤੀਆਂ ਆਪਣੀਆਂ ਹੋਈਆਂ, ਕਿੱਥੇ ਕਿੱਥੇ ਆਪਣੀ ਪਾਰਟੀ ਤੋਂ ਜੀ ਮੈਂ ਹਰ ਗੱਲ ਦਾ ਜਵਾਬ ਦਊਂਗਾ। ਪਰ ਅੱਜ ਦੀ ਡਿਬੇਟ ਦਾ ਮੈਂ ਜਿਹੜਾ ਸਵਾਲ ਪਾਇਆ ਸੀ ਉਹ ਚੇਂਜ ਕਰ ਗਏ, ਇਹ ਚੇਂਜ ਨਾ ਕਰਨ। ਮੈਂ ਇਹ ਗੱਲ ਕਹਿੰਦਾ, ਸੁਣੋ ਪੀਰ ਮੁਹੰਮਦ ਜੀ, 1 ਮਿੰਟ ਗੱਲ ਸੁਣ ਲਓ। ਮੈਂ ਬੇਬਾਕੀ ਨਾਲ ਅੱਜ ਗੱਲ ਕਹਿਣਾ ਚਾਹੁੰਦਾ ਕਿ ਸਾਰਿਆਂ ਨੂੰ ਆਪਾਂ ਨੂੰ ਪੱਗ ਦੇ ਵਾਸਤੇ ਆਪਣਾ ਕੰਮ ਉੱਚੇ ਕਰਨੇ ਚਾਹੀਦੇ ਆ, ਆਪਣੀ ਪੱਗ ਦੀ ਵੱਡੀ ਗੱਲ ਕਰਨੀ ਚਾਹੀਦੀ ਹੈ। ਅਸੀਂ ਕੰਮ ਇਹੋ ਜਿਹਾ ਕਰੀਏ, ਰਲ ਕੇ ਕੰਮ ਕਰੀਏ, ਇਹੋ ਜਿਹਾ ਮੰਚ ਤਿਆਰ ਕਰੀਏ ਜਿੱਥੇ ਸਿੱਖਾਂ ਦੀ ਦਰਪੇਸ਼ ਮੁਸ਼ਕਲਾਂ ਪਰ ਰਲ ਕੇ ਹੱਲ ਕਰਾ ਸਕੀਏ। ਅਸੀਂ ਤਾਂ ਚਾਹੁੰਦੇ ਹਾਂ ਕੰਮ ਬਣੇ। ਭਾਜਪਾ ਕਿਸੇ ਕੰਮ ਦੇ ਵਿੱਚ ਤੁਹਾਡੇ ਪਿੱਛੇ ਨਹੀਂ ਹੈਗੀ, ਅਸੀਂ ਹਰ ਕੰਮ 'ਚ ਤੁਹਾਡੇ ਨਾਲ ਅੱਗੇ ਲੜਾਈ ਲੜ ਕੇ ਕੰਮ ਕਰਨ ਨੂੰ ਤਿਆਰ ਬੈਠੇ। ਦੇਖੋ ਜਿਹੜੀ ਗੱਲ ਇਹ ਆ ਕਿ ਇਹ ਬਿਲਕੁਲ ਸਹੀ ਹੈ ਕਿ ਸਾਡੇ ਜਿਹੜੇ ਪੀੜਤ ਪਰਿਵਾਰ ਨੇ ਜਾਂ ਜਿਹੜੇ ਬੰਦੀ ਸਿੰਘ ਪਰਿਵਾਰ ਨੇ, ਜਿਸ ਤਰੀਕੇ ਦਾ ਉਹਨਾਂ ਦਾ ਸਤਿਕਾਰ, ਜਿਸ ਤਰੀਕੇ ਦੀ ਉਹਨਾਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ, ਉਹ ਪਿਛਲੇ ਸਮੇਂ ਦੇ ਵਿੱਚ ਨਹੀਂ ਨਿਭਾਈ ਗਈ। ਲੇਕਿਨ ਹਰ ਵਕਤ ਜਿਹੜਾ ਨਾ, ਵਕਤ ਐਡਾ ਵੱਡਾ ਬਲਵਾਨ ਹੈ ਕਿ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਤਾਂ ਫਿਰ ਬਹੁਤ ਕੁਝ ਸਿੱਖਣ ਲਈ ਮਿਲਦਾ। ਅੱਜ ਜਿਸ ਤਰੀਕੇ ਦੇ ਨਾਲ ਜੋ ਮਾਹੌਲ ਪੰਜਾਬ ਦੇ ਵਿੱਚ ਬਣਿਆ, ਤੁਸੀਂ ਦੇਖੋ ਕਿ ਉਹਨਾਂ ਲੋਕਾਂ ਨੂੰ ਮੌਕਾ ਦਿੱਤਾ ਗਿਆ ਜਿਹੜੇ ਅੱਜ ਇੱਥੇ ਇਸ ਪਲੇਟਫਾਰਮ ਤੇ ਆਣ ਕੇ ਗੱਲ ਵੀ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਕਿਉਂ ਮੌਕਾ ਮਿਲਿਆ? ਇਸ ਕਰਕੇ ਮੌਕਾ ਮਿਲਿਆ ਕਿ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਔਰ ਉਹਨਾਂ ਗਲਤੀਆਂ ਨੂੰ ਸਵੀਕਾਰ ਕਰਕੇ ਹੀ ਅੱਗੇ ਵਧਣ ਦਾ ਅੱਜ ਵੀ ਤੁਸੀਂ ਦੇਖੋ, ਅੱਜ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡਾ ਆਪਣਾ ਇੱਕ ਏਜੰਡਾ ਜਿਹੜਾ ਹੈ ਉਹ ਲਿਆਂਦਾ ਸਾਹਮਣੇ, ਜਿੰਦੇ ਵਿੱਚ ਪਰਿਵਾਰਵਾਦ ਨੂੰ ਪਾਸੇ ਦਰਕਨਾਰ ਕਰਕੇ ਗੱਲ ਕੀਤੀ ਗਈ ਹੈ, ਜਿੰਦੇ ਵਿੱਚ ਰਿਫਾਰਮ ਦੀ ਗੱਲ ਕੀਤੀ ਗਈ ਹੈ ਕਿ ਕੀ ਕੁਝ ਕਰਨਾ ਚਾਹੀਦਾ। ਇੱਕ ਲੰਮੀ ਪਲੈਨਿੰਗ ਬਣਾਈ ਗਈ। ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜਿਹੜੇ ਬੰਦੀ ਸਿੰਘ ਨੇ ਜਾਂ ਜਿਹੜੇ ਸਾਡੇ ਧਰਮੀ ਫੌਜੀ ਨੇ ਜਾਂ ਜਿਹੜੇ ਸਾਡੇ ਪੀੜਤ ਪਰਿਵਾਰ ਨੇ, ਉਹਨਾਂ ਪ੍ਰਤੀ ਕਿਸ ਤਰ੍ਹਾਂ ਦਾ ਇੱਕ ਅੱਛੇ ਤਰੀਕੇ ਦੇ ਨਾਲ ਸਾਰਾ ਕੀਤਾ ਜਾਵੇ, ਉਹਦੇ ਲਈ ਮੈਂ ਇਹ ਗੱਲ ਕਹਿਣਾ, ਇਹਨਾਂ ਮੁੱਦਿਆਂ ਦੇ ਉੱਤੇ ਹੁਣ ਦੇਖੋ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉੱਥੋਂ ਇੱਥੇ ਆਣ ਕੇ ਆਪਣਾ ਇੱਕ ਦਫ਼ਤਰ ਬਣਾਇਆ, ਭੋਮਾ ਸਾਹਿਬ ਨੂੰ ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਗਾਇਆ। ਬੜੀ ਚੰਗੀ ਗੱਲ ਹੈ, ਇਹ ਇੱਕ ਵਧੀਆ ਤਰੀਕੇ ਨਾਲ ਪ੍ਰਚਾਰ ਹੋਵੇ, ਪ੍ਰਚਾਰ ਵੀ ਦੁਰਪ੍ਰਚਾਰ ਨਾ ਹੋਵੇ। ਇਹ ਤਾਂ ਠੀਕ ਹੈ ਜੀ, ਦੁਰਪ੍ਰਚਾਰ ਪੀਰ ਮੁਹੰਮਦ ਜੀ, ਦੁਰਪ੍ਰਚਾਰ ਦਾ ਨਾ ਹੋਵੇ, ਮਾਹੌਲ ਬਣਾਇਆ ਜਾਵੇ ਤੇ ਆਪਣੇ ਆਪ ਹੀ ਅਸੀਂ ਸਾਡੀ ਸਿੱਖ ਕੌਮ ਪੰਜਾਬੀ ਤਰੱਕੀ ਕਰਨਗੇ, ਅੱਗੇ ਆਉਣਗੇ। ਪੀਰ ਮੁਹੰਮਦ ਜੀ, ਛੋਟਾ ਇੱਕ ਸਵਾਲ ਅੱਗੇ ਵੀ ਮੈਂ ਮਹਿਮਾਨਾਂ ਤੋਂ ਸਵਾਲ ਲੈਣੇ ਆ। ਦੁਰਪ੍ਰਚਾਰ ਤਾਂ ਨਾ ਕੀਤਾ ਜਾਏ, ਪਰ ਜਿਸ ਮਾਮਲੇ ਤੇ ਗੱਲ ਜਿੱਦਾਂ ਭੋਮਾ ਜੀ ਨੇ ਗੱਲ ਕੀਤੀ ਹੈ, ਗੁਰਤੇਜ ਜੀ ਨੇ ਗੱਲ ਕੀਤੀ ਹੈ, ਗੋਸ਼ਾ ਜੀ ਨੇ ਗੱਲ ਕੀਤੀ ਹੈ, ਆਪਣੀਆਂ ਸਰਕਾਰਾਂ ਕੋਈ ਥੋੜਾ ਸਮਾਂ ਨਹੀਂ ਰਹੀਆਂ, ਲੰਬਾ ਸਮਾਂ ਸਰਕਾਰਾਂ ਰਹੀਆਂ। ਉਹਦੇ ਸਵਾਲ ਇਸ ਕਰਕੇ ਵੀ ਉੱਠਦੇ ਆ ਕਿਉਂਕਿ ਜਿਹੜੇ ਜ਼ਖਮ ਹੈ ਉਹ ਦੌਰ ਨਾਲ ਜੁੜੇ ਹੋਏ, ਤਾਂ ਇਹ ਸਵਾਲ ਪੁੱਛੇ ਜਾਂਦੇ ਆ। ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਗੱਠਜੋੜ ਸੀ ਭਾਜਪਾ ਦਾ, ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਸਾਂਝੀ ਗੱਠਜੋੜ ਸੀ, ਉਸ ਗੱਠਜੋੜ ਦੇ ਵਿੱਚ ਅੰਦਰ ਬਹੁਤ ਕੁਝ ਵਾਪਰਦਾ ਰਿਹਾ। ਅਸੀਂ ਤਾਂ ਉਦੋਂ ਉਂਗਲ ਉਠਾਉਂਦੇ ਰਹੇ ਇਸ ਗੱਲ ਤੇ। ਅਸੀਂ ਜੇ ਅੱਜ ਨੇੜੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਦੇ, ਤੇ ਉਹਦਾ ਇੱਕ ਕਾਰਨ ਇਹੋ ਹੀ ਹੈ ਕਿ ਉਹਨਾਂ ਨੇ ਖੁੱਲੇ ਮਨ ਦੇ ਨਾਲ ਉਹਨਾਂ ਗੱਲਾਂ ਨੂੰ ਵਿਚਾਰਨ ਦੀ ਗੱਲ ਕੀਤੀ ਹੈ, ਜਿੰਦੇ ਉੱਪਰ ਅਸੀਂ ਪਿਛਲੇ ਸਮੇਂ ਦੇ ਵਿੱਚ ਉਂਗਲ ਉਠਾਉਂਦੇ ਰਹੇ ਹਾਂ ਕਿ ਆਹ ਕਿਉਂ ਇੰਜ ਹੋ ਰਿਹਾ, ਇਹਨੂੰ ਠੀਕ ਕੀਤਾ ਜਾਣਾ ਚਾਹੀਦਾ। ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ। ਭੋਮਾ ਜੀ ਕਾਫੀ ਦੇਰ ਦੇ ਇੰਤਜ਼ਾਰ ਦਾ। ਭੋਮਾ ਜੀ, ਜਿਸ ਮੁੱਦੇ ਤੇ ਭਾਜਪਾ ਦੇ ਕਮੈਂਟਸ ਵੀ ਤੁਸੀਂ ਸੁਣੇ ਆ, ਪੀਰ ਮੁਹੰਮਦ ਜੀ ਦੇ ਕਮੈਂਟਸ ਵੀ ਤੁਸੀਂ ਸੁਣੇ ਆ,
ਉਹ ਕਹਿੰਦੇ ਵੀ ਅਸੀਂ ਤਾਂ ਸਾਰਾ ਕੁਝ ਕਰਨ ਨੂੰ ਤਿਆਰ ਹਾਂ। ਅਕਾਲੀ ਦਲ ਵਾਲੇ ਵੀ ਕਹਿੰਦੇ ਕਿ ਸਿਰਤਾ ਨਾਲ ਰਲ ਕੇ ਲੜਾਈ ਲੜਨ ਦੀ ਜ਼ਰੂਰਤ ਹੈ। ਕਿ ਲੱਗਦਾ ਕਿ ਇਸ ਮੁੱਦੇ ਤੇ ਸਿਰਤਾ ਨਾਲ ਲੜਾਈ ਲੜ ਕੇ ਲੜੀ ਜਾ ਸਕਦੀ ਹੈ। ਵੇਖੋ, ਕਿਹੜਾ ਕੰਮ ਆ ਜਿਹੜਾ ਨਹੀਂ ਹੋ ਸਕਦਾ, ਆਪਾਂ ਨੂੰ ਪੋਜ਼ਿਟਿਵ ਹੋ ਕੇ ਚੱਲਣਾ ਚਾਹੀਦਾ। ਵੇਖੋ, ਜੇ ਬਿਲਕਸ ਬਾਨੋ ਕਾਂਡ ਦੇ ਜਿਹੜੇ ਆ ਦੋਸ਼ੀ, ਉਹੀ ਕਾਨੂੰਨ ਉਹਨਾਂ ਲਈ, ਉਹੀ ਸਾਡੇ ਭਰਾਵਾਂ ਲਈ, ਉਹ ਰਿਹਾ ਹੋ ਸਕਦੇ ਆ। ਰਾਜੀਵ ਗਾਂਧੀ ਦੇ ਕਾਤਲ ਉਹ ਰਿਹਾ ਹੋ ਸਕਦੇ ਆ ਉਸੇ ਕਾਨੂੰਨਾਂ ਅਧੀਨ, ਤੇ ਸਾਡੇ ਭਰਾ ਰਿਹਾ ਹੋ ਕਿਉਂ ਨਹੀਂ ਹੋ ਸਕਦੇ? ਬਿਲਕੁਲ ਹੋ ਸਕਦੇ ਆ। ਉਮਾ ਜੀ, ਇਹ ਤੁਹਾਡੀ ਗੱਲ ਆਪਣੀ, ਤੁਹਾਡਾ ਵਿਚਾਰ ਹੈਗਾ, ਪਰ ਉਹਦੇ ਬਾਰੇ ਗੋਸ਼ਾ ਜੀ ਕਹਿੰਦੇ ਕਿ ਕਾਨੂੰਨੀ ਲੜਾਈਆਂ ਪਚੀਦਗੀਆਂ ਹੈਗੀਆਂ, ਜਿਹਦੀ ਵਜ੍ਹਾ ਕਰਕੇ ਵੀ ਇਹ ਅੜਚਣਾ ਖੜੀਆਂ ਹੋ ਰਹੀਆਂ। ਨਹੀਂ, ਮੈਂ ਅੱਗੇ ਵੀ ਚੱਲਦਾ ਜੀ, ਮੈਂ ਅੱਗੇ ਵੀ ਚੱਲਦਾ। ਗੱਲ ਨੀਤੀ ਦੀ ਨਹੀਂ, ਗੱਲ ਨੀਤ ਦੀ ਆ। ਗੱਲ ਨੀਤੀ ਦੀ ਨਹੀਂ, ਗੱਲ ਨੀਤ ਦੀ ਆ। ਜੇ ਕਰ ਜੋ ਅੱਜ ਦੀ ਪੰਜਾਬ ਦੀ ਪੰਥ ਦੀ ਸਥਿਤੀ ਬਣੀ ਪਈ ਆ, ਪਿੱਛੇ ਸਮੁੰਦਰੀ ਹਾਲ ਦੇ ਵਿੱਚ ਇੱਕ ਪੰਥਕ ਮੀਟਿੰਗ ਹੋਈ, ਇੱਕ ਕਮੇਟੀ ਬਣੀ। ਪਹਿਲਾਂ ਵੀ ਇਹ ਪੰਥਕ ਕਮੇਟੀ ਬਣਾਉਣੀ ਆ, ਸਿੰਘਾਂ ਦੀਆਂ ਰਿਹਾਈਆਂ ਦੀ ਗੱਲ ਕਰਨੀ ਆ, ਪਰ ਮੁੜ ਕੇ ਜਿਹੜਾ ਵਾ ਚੁੱਪ ਚਪੀਤੇ ਉਹਦੇ ਚੋਂ ਸੁਖਬੀਰ ਸਿੰਘ ਬਾਦਲ ਨੂੰ ਉਹ ਕਮੇਟੀ ਦੇ ਵਿੱਚ ਪਾ ਦਿੱਤਾ ਗਿਆ, ਜਿਸ ਕਰਕੇ ਬੜਾ ਵੱਡਾ ਆਬਜੈਕਸ਼ਨ ਉੱਠਿਆ। ਉਹ ਕਮੇਟੀ ਉੱਥੇ ਦੀ ਉੱਥੇ ਹੀ ਰਹਿ ਗਈ, ਉਹ ਸੰਘਰਸ਼ ਉੱਥੇ ਦਾ ਉੱਥੇ ਰਹਿ ਗਿਆ। ਉਹਦੀ ਅਗਲੀ ਕੋਈ ਬਾਅਦ ਚ ਮੀਟਿੰਗ ਕੋਈ ਨਹੀਂ ਹੋਈ। ਪ੍ਰਧਾਨ ਮੰਤਰੀ ਕੋਲ ਟਾਈਮ ਲੈਣ ਦੀ ਗੱਲ ਸੀ, ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਟਾਈਮ ਤੱਕ ਨਹੀਂ ਆ ਦਿੱਤਾ। ਨਹੀਂ, ਪਰ ਹੁਣ ਆਪਾਂ ਸੰਖੇਪ ਦੇ ਵਿੱਚ ਮੇਰੀ ਗੱਲ ਪੂਰੀ ਸੁਣ ਲਓ, ਮਿਹਰਬਾਨੀ, ਪਰ ਥੋੜਾ ਸੰਜਮ ਨਾਲ ਮੇਰੀ ਗੱਲ ਪੂਰੀ ਸੁਣ ਲਓ, ਮੇਰੀ ਗੱਲ ਪੂਰੀ ਸੁਣ ਲਓ। ਜੇ ਤੇ ਆਪਾਂ ਸਿੰਘਾਂ ਦੀਆਂ ਰਿਹਾਈਆਂ ਕਰਵਾਉਣੀਆਂ ਨੇ ਤੇ ਰਿਹਾਈਆਂ ਹੋ ਸਕਦੀਆਂ, ਸਾਂਝਾ ਸੰਘਰਸ਼ ਲੜਿਆ ਜਾ ਸਕਦਾ ਵਾ। ਪਰ ਜੇ ਇਹਦੇ ਚੋਂ ਖਤਮ ਹੋਏ ਸਿਆਸੀ ਤੌਰ ਤੇ ਬਾਦਲ ਪਰਿਵਾਰ ਨੂੰ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਵਿੱਚੋਂ ਸਿਆਸੀ ਜੀਵਨ ਦੇਣਾ ਵਾ, ਤੇ ਫਿਰ ਇਹ ਬੇਈਮਾਨੀ ਜਿਹੜੀ ਆ ਸਪਸ਼ਟ ਨਜ਼ਰ ਆਉਂਦੀ ਆ। ਇਹ ਹੋਣਾ ਨਹੀਂ ਆ। ਬਾਦਲ ਪਰਿਵਾਰ ਨੂੰ ਆਕਸੀਜਨ ਪੰਜਾਬ 'ਚ ਮਿਲਣੀ ਨਹੀਂ ਆ, ਪੰਥਕ ਧਿਰਾਂ ਵੱਲੋਂ ਜਾਂ ਪੰਥ ਵੱਲੋਂ। ਤੁਹਾਡਾ ਵੱਡਾ ਗੱਲ ਸਾਫ਼ ਆ, ਤੁਹਾਡਾ ਵੱਡਾ ਸਵਾਲ ਆ ਗਿਆ। ਬੰਦੀ ਸਿੰਘਾਂ ਦੇ ਪ੍ਰਤੀ ਸਿੰਸੀਅਰ ਆ, ਤੁਹਾਡੀ ਗੱਲ ਆ ਗਈ। ਨੀਤੀ ਤੇ ਨੀਤ ਇੱਕ ਕਰਕੇ ਸੰਘਰਸ਼ ਲਿਖਣਾ ਚਾਹੀਦਾ। ਜੀ ਬਿਲਕੁਲ, ਮਿਹਰਬਾਨੀ। ਗੱਲ ਭਾਜਪਾ ਸਰਕਾਰ ਦੀ, ਮੈਂ ਉਧਰ ਆ ਰਿਹਾ ਵਾਂ। ਭਾਜਪਾ ਸਰਕਾਰ ਵੀ ਕੇਂਦਰ ਦੀ ਵੱਡੇ ਵੱਡੇ ਡੈਪੂਟੇਸ਼ਨ ਜਿਹੜੀ ਆ ਉਹ ਬਾਹਰ ਦੇ ਮੁਲਕਾਂ ਤੋਂ ਸਿੱਖਾਂ ਦੇ ਮੰਗਾ ਰਹੀ ਆ। ਉਹਨਾਂ ਨੂੰ ਖਾਣੇ ਵੀ ਖਵਾ ਰਹੀ ਆ, ਉਹਨਾਂ ਨੂੰ ਆਪਣੇ ਗੈਸਟ ਹਾਊਸਾਂ 'ਚ ਵੀ ਰੱਖ ਰਹੀ ਆ। ਇਹ 2-3 ਵਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਆ। ਪਰ ਜਿੰਨੇ ਮਰਜ਼ੀ ਡਰਾਮਿਆਂ ਨਾਲ ਗੱਲ ਨਹੀਂ ਬਣਨੀ, ਜਿੰਨੀ ਦੇਰ ਪ੍ਰੈਕਟੀਕਲ ਤੌਰ ਤੇ ਸਾਡੇ ਭਰਾ ਨਹੀਂ ਰਿਹਾ ਹੁੰਦੇ, ਉਨੀ ਦੇਰ ਦੇਖੋ ਬਮਾ ਜੀ, ਹੁਣ ਤੁਹਾਡੀ ਗੱਲ, ਸਿੱਖਾਂ ਦੇ ਹਿਰਦੇ ਜਿਹੜੇ ਆ ਉਹ ਜਿਹੜੇ ਆ ਸ਼ਾਂਤ ਨਹੀਂ ਹੋ ਸਕਦੇ। ਬਿਲਕੁਲ ਬਮਾ ਜੀ, ਮਿਹਰਬਾਨੀ, ਜਿੱਤੇ ਜਾ ਸਕਦੇ ਆ। ਥੈਂਕ ਯੂ ਬਮਾ ਜੀ। ਸਿੰਸੀਅਰ ਹੋ ਕੇ ਸੰਜੀਦਗੀ ਨਾਲ ਕੇਂਦਰ ਸਰਕਾਰ ਨੂੰ ਜਿਹੜਾ ਵਾ ਸਾਡੇ ਭਰਾ ਰਿਹਾ ਕਰਨੇ ਹੀ ਪੈਣਗੇ। ਧੰਨਵਾਦ ਤੁਹਾਡਾ ਵੀ ਬੜਾ ਗਿਆ। ਗਿਰਦੇ ਜੀ, ਬਹੁਤ ਅਹਿਮ ਮੁੱਦਾ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪੰਥਕ ਵੱਡਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ। ਜਿੱਦਾਂ ਅੱਜ SGPC ਨੇ ਕਿਹਾ ਵੀ ਸਾਂਝੇ ਤੌਰ ਤੇ ਸੰਘਰਸ਼, ਉਹਨਾਂ ਨੇ ਦਸਤਖਤੀ ਮੁਹਿੰਮ ਦੀ ਗੱਲ ਕੀਤੀ ਹੈ। ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਵੀ ਸਾਡੇ 'ਚ ਕਮਜ਼ੋਰੀਆਂ ਹੋ ਸਕਦੀਆਂ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਆਪਾਂ ਗੱਲ ਕਰਦੇ ਹਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਹਿੰਦੇ ਸਾਡਾ ਭਾਵ ਹੈ ਉਹਦੇ ਹੇਠ ਅਗਵਾਈ ਲੜੇ ਲਾਉਣ ਦੀ ਜ਼ਰੂਰਤ ਹੈ। ਜੇ ਉਹਦੀ ਅਗਵਾਈ ਹੇਠ ਲੜਾਈ ਲੜੀ ਜਾਏਗੀ, ਤੁਸੀਂ ਕਿਵੇਂ ਦੇਖਦੇ ਹੋ? ਉਮਾ ਜੀ ਸਵਾਲ ਉਠਾ ਰਹੇ ਆ, ਗੋਸ਼ਾ ਜੀ ਸਵਾਲ ਉਠਾ ਰਹੇ ਇਸ ਮੁੱਦੇ ਤੇ। ਸ਼੍ਰੋਮਣੀ ਕਮੇਟੀ ਤਾਂ ਕੋਈ ਮੈਂਬਰਾਂ ਤੋਂ ਪਾਸੇ ਨਹੀਂ। ਜੇ ਉਹਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਨੁਕਸ ਨਹੀਂ ਤਾਂ ਮੈਂਬਰਾਂ ਦੇ ਵਿੱਚ ਨੁਕਸ ਹੋਏਗਾ। ਮੈਂਬਰ ਕਿਉਂ ਨਹੀਂ ਆਪਣੇ ਆਪ ਨੂੰ ਸੁਧਾਰਦੇ? ਆਪਣੇ ਜਿਹੜੇ ਆਏ ਨੇ ਇਹਨਾਂ ਦੇ ਨੁਮਾਇੰਦੇ, ਇਹ ਹਰ ਵਾਰੀ ਆਪਣੇ ਕੋਲ ਆ ਕੇ ਵਾਅਦਾ ਕਰਕੇ ਜਾਂਦੇ ਨੇ ਕਿ ਜੀ ਅਸੀਂ ਬੜਾ ਕੁਝ ਕਰ ਰਹੇ ਹਾਂ, ਅਸੀਂ ਆਪਣੇ ਆਪ ਨੂੰ ਸੁਧਾਰ ਰਹੇ ਹਾਂ। ਲੇਕਿਨ ਅੱਜ ਤੱਕ ਇੱਕ ਵੀ ਗੱਲ ਇਸ ਤਰ੍ਹਾਂ ਦੀ ਸਾਹਮਣੇ ਨਹੀਂ ਆਈ ਜਿਸ ਦੇ ਵਿੱਚ ਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਹੋਵੇ ਕਿ ਅਸੀਂ ਆਹ ਗੱਲ ਸੁਧਾਰਨ ਨੂੰ ਤਿਆਰ ਹਾਂ। ਜਿਹੜੀ ਕਿਤਾਬਾਂ ਛਾਪੀਆਂ ਨੇ, ਅਸੀਂ ਉਹ ਗਲਤ ਛਾਪੀਆਂ ਸੀਗੀਆਂ, ਅਸੀਂ ਉਹਨਾਂ ਨੂੰ ਵਾਪਸ ਲੈਂਦੇ ਹਾਂ, ਅਸੀਂ ਉਹਨਾਂ ਦਾ ਇਨਕੁਆਇਰੀ ਕਰਦੇ ਹਾਂ। ਜਿਹੜੇ ਟਰਸਟ ਦੀ ਗੱਲ ਕਰ ਰਹੇ ਹੋ, ਜ਼ਮੀਨਾਂ ਨੂੰ ਦੇਣ ਦੀ ਲੋਕਾਂ ਦੇ ਫਾਇਦੇ ਵਾਸਤੇ ਔਰ ਮੁਲਕ ਦੇ ਪੈਸੇ ਦੀ
ਜਿਹੜੀ ਹਾਨੀ ਹੋ ਰਹੀ ਆ ਉਹ ਅਸੀਂ ਖਤਮ ਕਰਦੇ ਆ, ਫਲਾਨੀ ਟਰਸਟ ਅਸੀਂ ਵਾਪਸ ਕਰਤੀ, ਆਹ ਕਰਤਾ, ਕਦੇ ਕੁਝ ਇੱਕ ਐਕਸ਼ਨ ਦਾ ਕੋਈ ਹੁੰਦਾ ਨਹੀਂ, ਗੱਲਾਂ ਹੀ ਗੱਲਾਂ ਕਹਿੰਦੇ ਨੇ। ਜਿਹੜੀ ਗੱਲ ਆਪਣੇ ਭਾਜਪਾ ਦੇ ਨੁਮਾਇੰਦੇ ਫਰਮਾ ਰਹੇ ਸੀਗੇ, ਗੱਲ ਇਹ ਹੈਗੀ ਕਿ ਜਿਹੜੇ ਤਾਂ ਹੈ ਇੱਕ ਤਾਂ ਜੁਮਲੇ ਤਾਂ ਅਸੀਂ ਬਹੁਤ ਸੁਣੇ ਨੇ, ਤੇ ਅਸੀਂ ਇਹ ਜਿਹੜੇ ਕੰਮ ਆਣਗੇ ਇਹਨਾਂ ਦੇ ਉਹ ਜਿਵੇਂ ਕਹਿੰਦੇ ਆ ਪੱਟਿਆ ਪਹਾੜ ਨਿਕਲਿਆ ਚੂਹਾ। ਹੁਣ ਤੁਸੀਂ ਪਹਿਲਾਂ ਇਹ ਦੱਸੋ ਵੀ ਸਾਡੇ 2 ਗੁਰਦੁਆਰੇ ਤੁਹਾਡੇ ਸਾਹਮਣੇ ਢਾਏ ਗਏ ਨੇ, ਗਵਾਲੀਅਰ ਦਾ ਗੁਰਦੁਆਰਾ, ਹਰਕੀ ਪੌੜੀ ਦਾ ਗੁਰਦੁਆਰਾ। ਕਦੇ ਕਿਸੇ ਭਾਜਪਾ ਵਾਲੇ ਨੇ ਇਹ ਕੀਤਾ ਹੈ ਕਿ ਸਿੱਖਾਂ ਦੇ ਦਿਲਾਂ ਦੇ ਵਿੱਚ ਇੰਨਾ ਰੋਸ ਹੋਏਗਾ, ਗੁਰਦੁਆਰਾ ਢਾ ਦੇਣਾ, ਇਹਦਾ ਰੋਸ ਨਹੀਂ ਕੀਤਾ ਸੀਗਾ। ਉਸ ਤੋਂ ਬਾਅਦ ਤਾਂ ਕਿਸੇ ਨੇ ਢਾਇਆ ਨਹੀਂ, ਤੇ ਇੱਕ ਅੰਗਰੇਜ਼ਾਂ ਨੇ ਇੱਕ ਕੰਧ ਢਾਈ ਸੀ ਸਿਰਫ, ਤੇ ਉਸ ਨੂੰ ਆਪਣਾ ਦੁਬਾਰਾ ਬਣਾਉਣਾ ਪਿਆ ਸੀ ਸਾਹਿਬ ਨੇ। ਇਹਨਾਂ ਨੂੰ ਇਹ ਨਹੀਂ ਯਾਦ ਆਇਆ, ਗੱਲਾਂ ਕਰਦੇ ਨੇ, ਲੇਕਿਨ ਜਿਹੜਾ ਸੂਚੀ ਖਤਮ ਕਰਤੀ, ਉਹ ਸੂਚੀ ਦੇ ਜਿਹੜੇ ਸਨ ਉਹਦਾ ਵਿਚਾਰੇ ਆਪੇ ਹੀ ਖਤਮ ਹੋ ਗਏ ਜੀ। ਮਿਹਰਬਾਨੀ, ਆਪਾਂ ਨੂੰ ਸਮਾਂ, ਉਹ ਸਾਰਾ ਕੁਝ ਨਜਾਇਜ਼ ਸੀਗਾ। ਲੇਕਿਨ ਮਿਹਰਬਾਨੀ, ਦੇਖੋ ਗੱਲ ਇਹ ਹੈ, ਜੇ ਤਾਂ ਇਹਨਾਂ ਨੇ ਕਰਨਾ ਕੁਝ ਬੀਜੇਪੀ ਵਾਲਿਆਂ ਨੇ ਤਾਂ ਸਿੱਖਾਂ ਨੂੰ ਪੁੱਛ ਕੇ ਕਰਨ। ਆਪਾਂ ਜਵਾਬ ਲੈ ਲਈਏ, ਆਪਣੇ ਆਪ ਫੈਸਲਾ ਕਰਕੇ ਕਿ ਜੀ ਆਹ ਸਿੱਖਾਂ ਦੇ ਹੱਕ ਦੇ ਵਿੱਚ ਫਿਰ ਕਰ ਲੈਣ। ਆਪਾਂ ਜਵਾਬ ਲੈ ਲਈਏ। ਥੈਂਕ ਯੂ ਵੈਰੀ ਮਚ। ਥੈਂਕ ਯੂ ਗੁਸ਼ਾ ਜੀ। ਸਮਾਂ ਬਿਲਕੁਲ ਜਿਹੜਾ ਹੈਗਾ ਸਮਾਪਤੀ ਵੱਲ ਨੂੰ, ਆਪਾਂ ਡਿਬੇਟ ਦੇ ਵੱਲ ਵੱਧ ਰਹੇ ਹਾਂ, ਪਰ 2 ਲਾਈਨਾਂ ਦਾ ਜਵਾਬ ਕਿਉਂਕਿ ਚਾਹੁੰਦੇ ਆ ਕਿ ਪ੍ਰੈਕਟੀਕਲ ਤੌਰ ਤੇ ਕੋਈ ਇਸ ਗੱਲ ਦਾ ਨਿਤਾਰਾ ਹੋਣਾ ਚਾਹੀਦਾ, ਜੁਮਲੇਬਾਜ਼ੀ ਨਾਲ ਕੁਝ ਨਹੀਂ ਹੋਣ ਲੱਗਿਆ। ਸਿੱਧੂ ਸਾਹਿਬ ਬਿਲਕੁਲ ਪ੍ਰੈਕਟੀਕਲੀ ਹੋਊਗਾ। ਚਲੋ ਇਹਨਾਂ ਨੇ ਆਪਣਾ ਰੱਖਤਾ ਵਿਚਾਰ। ਪਹਿਲਾਂ ਮੈਂ ਪੀਰ ਮੁਹੰਮਦ ਜੀ ਦੀ ਗੱਲ ਦਾ ਜਵਾਬ ਜ਼ਰੂਰ ਦਊਂਗਾ। ਇਹਨਾਂ ਨੂੰ ਪੰਥ ਯਾਦ ਪਤਾ ਕਦੋਂ ਆਉਂਦਾ? ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ, ਉਦੋਂ ਬਾਅਦ ਚ ਇਹਨਾਂ ਨੂੰ ਸਾਰੀ ਗੱਲਾਂ ਪੰਥ ਦੀਆਂ ਯਾਦ ਆਉਂਦੀਆਂ। ਇਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ। ਦੇ ਕਹਿ ਰਹੇ ਭਾਜਪਾ ਨੇ ਸਾਨੂੰ ਕਰਨ ਨਹੀਂ ਦਿੱਤਾ, ਤੁਸੀਂ ਤਾਂ ਉਦੋਂ ਹੈ ਹੀ ਨਹੀਂ ਸੀ ਅਕਾਲੀ ਦਲ 'ਚ, ਤੁਸੀਂ ਤਾਂ ਆਪ ਅਕਾਲੀ ਦਲ ਨੂੰ ਕੋਸਦੇ ਸੀ ਵੀ ਅਕਾਲੀ ਦਲ ਕੰਮ ਨਹੀਂ ਕਰਦੀ। ਭਾਜਪਾ ਨੇ ਸਿੱਖਾਂ ਵਾਸਤੇ ਕੰਮ ਕੀਤਾ। ਮੈਂ ਬਾਰ-ਬਾਰ ਕਹਿਣਾ, ਜਿੰਨੇ ਸਿੱਖ ਪੈਨਲਿਸਟ ਬੈਠੇ ਸਾਰੇ, ਆਪਾਂ ਹੁਣ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪੋਜ਼ਿਟਿਵ ਵੀ ਪੁਆਇੰਟ ਕਦੀ ਗਿਣਾ ਦਿਆ ਕਰੀਏ। ਅੱਜ ਕਾਂਗਰਸ ਨੇ ਜਿਹੜੇ ਜ਼ਖਮ ਦਿੱਤੇ, ਕਾਂਗਰਸ ਅੱਜ ਬੈਠੀ ਨਹੀਂ। ਆਮ ਆਦਮੀ ਪਾਰਟੀ ਜਿਹੜਾ ਕਰਨਾ ਨਹੀਂ ਚਾਹੁੰਦੀ ਉਹ ਬੈਠੀ ਨਹੀਂ। ਉਹਨਾਂ ਨੂੰ ਵੀ ਜ਼ਰੂਰ ਬੁਲਾਇਆ ਕਰੋ ਤਾਂ ਜੋ ਜਿਹਨਾਂ ਨੇ ਜ਼ਖਮ ਦਿੱਤੇ ਉਹਨਾਂ ਤੇ ਵੀ ਗੱਲ ਕੀਤੀ ਜਾਵੇ। ਮਿਹਰਬਾਨੀ। ਆਪਾਂ ਪਹਿਲਾਂ ਪੰਥਕ ਨੁਮਾਇੰਦਿਆਂ ਦਾ ਫੈਸਲਾ ਕਰ ਲਈਏ, ਆਪਾਂ ਕਾਂਗਰਸ ਵਾਲਿਆਂ ਨੂੰ ਵੀ ਜ਼ਰੂਰ ਬੁਲਾਵਾਂਗੇ। ਤੁਹਾਡਾ ਅੱਛਾ ਸੁਝਾਅ ਹੈਗਾ। ਲਾਸਟ ਕਮੈਂਟ ਜਿਹੜਾ ਹੈਗਾ ਇਸ ਮੁੱਦੇ ਤੇ ਪੀਰ ਮੁਹੰਮਦ ਜੀ 2 ਲਾਈਨਾਂ ਦਾ, ਕਿਉਂਕਿ ਸਮਾਂ ਵੀ ਨਹੀਂ ਹੈਗਾ, ਕਿਉਂਕਿ ਗੋਸ਼ਾ ਜੀ ਕਹਿੰਦੇ ਆ ਕਿ ਅਕਾਲੀ ਦਲ ਆਪ ਹੀ ਇਹਦੇ ਅੱਗੇ ਜਿਹੜਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਜਿੱਦਾਂ ਦੀ ਸਥਿਤੀ ਬਣੀ ਹੈ, ਇਹਦੇ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ। ਸਰਦਾਰ ਗੁਰਤੇਜ ਸਿੰਘ ਜੀ ਨੇ ਜਿਹੜਾ ਸਵਾਲ ਕੀਤਾ ਨਾ, ਇਹਨਾਂ ਦੇ ਨੌਲੇਜ ਵਿੱਚ ਦੱਸਣਾ ਚਾਹੁੰਦਾ ਕਿ ਕੋਈ ਵੀ ਇਸ ਤਰ੍ਹਾਂ ਦੀ ਅੱਜ ਕਿਤਾਬ ਨਹੀਂ ਹੈਗੀ ਜਿਹੜੀ ਜਿੰਦੇ ਉੱਤੇ ਵਿਵਾਦ ਉੱਠਿਆ ਹੋਵੇ ਤੇ ਉਹ ਵਾਪਸ ਨਾ ਲਈ ਗਈ ਹੋਵੇ। ਉਹ ਵਾਪਸ ਬਹੁਤ ਚਿਰ ਦੀ ਹੋ ਚੁੱਕੀ ਹੈ। ਉਸ ਨੂੰ ਇਨਫੋਰਮੇਸ਼ਨ ਆਪਣੀ ਕਲੀਅਰ ਕਰਨ। ਦੂਸਰੀ ਗੱਲ ਹੈ ਕਿ ਕੀ ਤਬਦੀਲੀਆਂ ਹੋਈਆਂ ਨੇ, ਮੈਂ ਇਹਨਾਂ ਦੇ ਪਤੇ ਦੇ ਉੱਤੇ ਮੈਂ ਭੇਜ ਦਿਆਂਗਾ ਕਿ ਸਿਰਫ ਗੱਲਾਂ ਨਹੀਂ ਕਰ ਰਹੇ। ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿੱਦਣ ਦੇਖੋ ਕੀ ਹੈਗਾ, ਪੰਜਾਬ ਦੇ ਅੰਦਰ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਖੇਤਰੀ ਪਾਰਟੀ ਹੈ। ਉਹ ਖੇਤਰੀ ਪਾਰਟੀ ਨੂੰ ਜਿੰਦਾ ਰੱਖਣਾ ਸਾਡੇ ਲਈ ਬੜੀ ਜ਼ਰੂਰੀ ਹੈ ਔਰ ਉਸ ਦੇ ਲਈ ਜਦੋਜਹਿਦ ਕਰਨੀ ਚਾਹੀਦੀ। ਅਸੀਂ ਸਾਰੇ ਕਰ ਰਹੇ ਹਾਂ। ਔਰ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਜਿਹੜੀਆਂ ਦੇਸ਼ ਦੇ ਵਿੱਚ ਰਾਜ ਕਰਦੀਆਂ, ਉਹਦੇ ਵਿੱਚ ਭਾਜਪਾ ਇਸ ਵੇਲੇ ਰਾਜ ਕਰ ਰਹੀ, ਉਹਦਾ ਫਰਜ਼ ਬਣਦਾ ਕਿ ਉਹ ਸਿੱਖਾਂ ਨੂੰ, ਪੰਜਾਬੀਆਂ ਨੂੰ ਇਨਸਾਫ ਦੇਵੇ। ਸਾਡੇ ਹੱਕ ਹਕੂਕ ਜਿਹੜੇ ਖੋਏ ਗਏ ਨੇ। ਸਵਾਲ ਲੈਣਾ ਚਾਹੁੰਦੇ ਪਰ ਸਮਾਂ ਨਹੀਂ। ਜੀ ਪੀਰ ਮੁਹੰਮਦ ਜੀ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ, ਕਿਉਂਕਿ ਹੁਣ ਇਹਨਾਂ ਮੁੱਦਿਆਂ ਤੇ ਆਪਾਂ ਬਹੁਤ ਚਰਚਾ ਕਰ ਚੁੱਕੇ ਹਾਂ। ਕਿਤੇ ਫਿਰ ਇਸ ਮੁੱਦੇ ਤੇ ਆਪਾਂ ਬਹਿਸ ਦੇ ਚਾਹਾਂਗੇ। ਗੁਰਤੇਜ ਜੀ, ਆਖਰੀ 2 ਲਾਈਨਾਂ ਇਸ ਮੁੱਦੇ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਖੇਤਰੀ ਪਾਰਟੀ ਦੇ ਜਾਂ ਪੰਥਕ ਮੁੱਦਿਆਂ ਤੇ ਇਕੱਠੇ ਹੋ ਕੇ ਲੜਨ ਦੀ ਕੀ ਪੋਸੀਬਿਲਿਟੀ ਹੋ ਸਕਦੀ ਹੈ? 2 ਲਾਈਨਾਂ ਦਾ ਕਮੈਂਟਸ, ਕਿਉਂਕਿ ਤੁਹਾਡਾ ਬੜਾ ਤਜਰਬਾ ਹੈ, ਕਿ ਕੀ ਇਹ ਪੋਸੀਬਿਲਿਟੀ ਹੈ ਕਿ ਪੰਥ ਅੱਜ ਵੀ ਇਕੱਠੇ ਹੋ ਕੇ ਆਪਣੇ ਮੁੱਦਿਆਂ ਤੇ ਲੜ ਸਕਦਾ ਹੈ? ਇਹਨਾਂ ਦੇ ਦਰਸ਼ਨ ਦੇਣ ਤੋਂ ਪਹਿਲਾਂ ਅਸੀਂ ਖੇਤਰੀ ਪਾਰਟੀ ਸਾਂ ਔਰ ਅਸੀਂ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਬੜਾ ਵਧੀਆ ਆਪਣਾ ਰੋਲ ਨਿਭਾਇਆ ਹੈ। ਅਸੀਂ ਮੁਲਕ ਦਾ ਵੀ ਖਿਆਲ ਰੱਖਿਆ, ਅਸੀਂ ਆਪਣੀ ਕੌਮ ਦਾ ਵੀ ਖਿਆਲ ਰੱਖਿਆ, ਅਸੀਂ ਆਪਣੇ ਪ੍ਰਾਂਤ ਦਾ ਵੀ ਖਿਆਲ ਰੱਖਿਆ, ਦੇਸ਼ ਦਾ ਵੀ ਖਿਆਲ ਰੱਖਿਆ, ਸਾਰਾ ਕੁਝ ਕੀਤਾ ਹੈ। ਔਰ ਜਿੰਨੀਆਂ ਕੁਰਬਾਨੀਆਂ ਅਕਾਲੀ ਦਲ ਨੇ ਔਰ ਅਕਾਲੀ ਦਲਾਂ ਦੇ ਜਿਹੜੇ ਨੁਮਾਇੰਦੇ ਸਨ, ਮੈਂਬਰ ਸਨ, ਜਿੰਨੀਆਂ ਉਹਨਾਂ ਨੇ ਕੀਤੀਆਂ, ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਨਹੀਂ ਕੀਤੀ। ਲੇਕਿਨ ਗੱਲ ਇਹ ਹੈ ਕਿ ਇਹਨਾਂ ਨੇ ਖੇਤਰੀ ਪਾਰਟੀ ਨੂੰ ਖਤਮ ਕਰਕੇ ਤੇ ਕੇਂਦਰੀ ਪਾਰਟੀ ਬਣਾ ਲਿਆ। ਜਿਹੜੇ ਸਾਹਮਣੇ ਜਿਸ ਦਿਨ ਸ਼ੁਰੂ ਹੋਇਆ ਹੈ, ਇਹ ਸਭ ਤੋਂ ਪਹਿਲਾਂ ਫਾਜ਼ਿਲਕਾ ਦੇ ਵਿੱਚ ਮੀਟਿੰਗ ਹੋਈ ਹੈ। ਗੁਰਤੇਜ ਜੀ, ਬਹੁਤ ਬਹੁਤ ਧੰਨਵਾਦ। ਉਸ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵਾਜਪਾਈ ਦੇ ਨਾਮ ਉੱਤੇ ਵੋਟਾਂ ਮੰਗੀਆਂ ਔਰ ਉਸ ਤੋਂ ਬਾਅਦ ਇਹ ਸਦਾ ਦੂਸਰੀਆਂ ਪਾਰਟੀਆਂ ਦੇ ਨਾਮ ਉੱਤੇ ਵੋਟਾਂ ਮੰਗਦੇ ਰਹੇ ਨੇ। ਗੁਰਤੇਜ ਜੀ, ਫਿਰ ਕਿਸੇ ਅਗਲੀ ਡਿਬੇਟ ਤੇ ਸੁਲਝਣ ਕਰਨਾ ਚਾਹੁੰਦੇ ਨੇ।
ਮੈਂ ਮਾਫੀ ਚਾਹਾਂਗਾ। ਆਪਾਂ ਫਿਰ ਕਿਸੇ ਇਸ ਮੁੱਦੇ ਤੇ ਅਗਲੀ ਡਿਬੇਟ 'ਚ ਗੱਲ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਮੁੱਦਾ ਜਿਸ ਮੁੱਦੇ ਤੇ ਸਾਰੇ ਮਹਿਮਾਨ ਆਏ ਆ, ਮੈਂ ਇਸ ਕਰਕੇ ਵੀ ਧੰਨਵਾਦੀ ਹਾਂ। ਬੰਦੀ ਸਿੰਘਾਂ ਦੀ ਰਿਹਾਈ, ਸਮੁੱਚਾ ਪੰਜਾਬ, ਦੁਨੀਆ ਭਰ 'ਚ ਬੈਠੇ ਪੰਜਾਬੀ ਸਿੱਖ ਭਾਈਚਾਰਾ ਇਸ ਗੱਲ ਨਾਲ ਆਸਵੰਦ ਹੈ ਕਿ ਕਿਉਂ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ, ਜਿਹੜੇ 27 ਸਾਲ 30 ਸਾਲ ਤੋਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹੈ। ਸਰਕਾਰਾਂ ਦੇ ਸਵਾਲ ਹੋ ਸਕਦੇ ਹੈ, ਸਰਕਾਰਾਂ ਦੀਆਂ ਚੁੱਪੀਆਂ ਹੋ ਸਕਦੀਆਂ, ਪਰ ਇਹਨਾਂ ਮੁੱਦਿਆਂ ਤੇ ਪੰਜਾਬੀ ਤੇ ਜਿਹੜੀ ਸਿੱਖ ਸੰਗਤ ਹੈ ਜਾਂ ਸਿੱਖ ਜਥੇਬੰਦੀਆਂ, ਉਹ ਕਹਿੰਦੀਆਂ ਕਿ ਹੋਰ ਸਮੇਂ ਲਈ ਚੁੱਪ ਨਹੀਂ ਰਿਹਾ ਜਾ ਸਕਦਾ। ਇਸ ਮੁੱਦੇ ਤੇ ਅੰਦੋਲਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਗਲ ਵਜਾਇਆ। ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਕਿੰਨਾ ਭਰਵਾਂ ਹੰਗਾਰਾ ਮਿਲਦਾ ਹੈ ਜਾਂ ਕੇਂਦਰ ਤੇ ਪੰਜਾਬ ਸਰਕਾਰ ਕਿਵੇਂ ਇਸ ਮੁੱਦੇ ਨੂੰ ਰਿਸਪੌਂਡ ਕਰਦੀਆਂ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਇਸ ਦੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।